ਸਿਮਰਿਐ ਹਰ ਨਾਨਕ ਆਵੈ ਤਾਏ, ਸਭ ਥਾਏ ਹੋਇ ਸਹਾਏ, ਸਭ ਥਾਏ ਹੋਇ ਸਹਾਏ। ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਜਿਸ ਡੇਠੇ ਸਭ ਦੁਖ ਜਾਏ, ਜਿਸ ਡੇਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਹਰਿ ਨਾਮ ਨਿਧ ਆਵੈ ਤਾਏ, ਸਭ ਥਾਏ ਹੋਇ ਸਹਾਏ, ਸਭ ਥਾਏ ਹੋਇ ਸਹਾਏ, ਸਭ ਥਾਏ ਹੋਇ ਸਹਾਏ, ਹੋਇ ਸਹਾਏ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹੋ, ਨਿਹਚ ਚੌਰ ਛਤ ਔੜੇ ਵੱਡੇ ਵੱਡਾ ਭਾਰ ਤੇਰਾ ਮਰਤਬਾ, ਰੰਗ ਬਰਾਂਗਣ ਗਣ ਜਾਪਣ ਕਰਤਬਾ। ਜੀ ਅੰਦਰ ਜੀ ਸਭ ਜਾਨ ਲਾ, ਸਭ ਕੁਛ ਤੇਰੇ ਵਸ ਤੇਰਾ ਕਰਪਲਾ। ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਨ ਮਹੱਤਾ ਤੇ ਜਪਨਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਗਤ, ਨਾਨਕ ਦਾਸ ਦਾਸ ਤੁਧ ਆਗੈ ਬਿਨਵਤਾ ਬਿਨਵਤਾ ਬਿਨਵਤਾ। ਪੌੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਜੀਆ ਅੰਦਰ ਜੀਆ ਸਭ ਕੀ ਜਾਨ ਲਾ, ਸਭ ਕੁਛ ਤੇਰੇ ਵਸ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਅਪਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾ ਤੁਧ ਆਗੇ ਬਿਨਵਤਾ ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ। ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਉਸਤਤ ਉਕਤੈ ਅਨਕ ਬਿਦ ਜੈ ਜੈ ਬਚਨਿ ਉਚਾਰ ਪਾਵਨ ਪਰਮ ਪੁਰਾਤਨੰ ਪੁਰਖ ਨ ਪਾਰਾਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ जुड़ बैठी गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो। पिछले पैरां दे सजे हुए दीवानां च हाजरियां भर के अपने जीवन दीयां कुछ कीमती घड़ियां गुरु लेखे ला के सफला और सकारथा कर रहे हो। अज जगत गुरु धन धन श्री गुरु हर राय साहब जी महाराज जो कोमलता दे दयालता दे महान समुंदर ने परम दयालु ते कृपालु हन। अज सतगुरां दा पावन पवित्र ज्योति जोत दिवस दिहाड़ा है और
ਔਰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ। ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 7ਵੇਂ ਪਾਤਸ਼ਾਹ ਨੇ ਅੱਜ ਦੇ ਦਿਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ 5 ਪੈਸੇ ਸ਼੍ਰੀ ਫਲ ਭੇਟ ਕਰਕੇ 3 ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਸੰਗਤ ਨੂੰ ਹੁਕਮ ਕੀਤਾ ਕਿ ਮੇਰਾ ਰੂਪ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਾਣਨਾ। ਸਾਡੇ ਵਿੱਚ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਕੋਈ ਭੇਦ ਨਹੀਂ ਹੈ। ਬਾਲ ਰੂਪ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋਏ ਔਰ 7ਵੇਂ ਪਾਤਸ਼ਾਹ ਜੀ ਮਹਾਰਾਜ ਪਤਾਲਪੁਰੀ ਸਾਹਿਬ ਵਿਖੇ ਸੱਚਖੰਡ ਗਮਨ ਕਰ ਗਏ। ਬਾਲ ਸਰੂਪ ਵਿੱਚ ਜਗਤ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਸੰਗਤ ਨੇ ਕੀਤੇ ਨੇ। ਅਨੇਕਾਂ ਜੀਵਾਂ ਤੇ ਦਇਆ ਕਿਰਪਾ ਕਰੁਣਾ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਨੇ ਕੀਤੀ ਹੈ। ਗੂੰਗਿਆਂ ਤੇ ਤਰਸ ਕਰਕੇ ਛੜੀ ਰੱਖ ਕੇ ਤੇ ਇਹਨਾਂ ਨੂੰ 6 ਸ਼ਾਸਤਰਾਂ ਦਾ 4 ਵੇਦਾਂ ਦਾ ਵਕਤਾ ਬਣਾਇਆ। ਜਦੋਂ ਦਿੱਲੀ ਗਏ ਮਹਾਮਾਰੀ ਫੈਲੀ ਹੋਈ। ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਦਾ ਜਲ ਜਿਸ ਜਿਸ ਵੀ ਪ੍ਰਾਣੀ ਨੇ ਛਕਿਆ ਉਸ ਰੋਗ ਤੋਂ ਮੁਕਤ ਹੋ ਗਿਆ। ਇਹ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਦਿਆਲਤਾ ਹੈ। ਤਦੇ ਕਲਗੀਧਰ ਜੀ ਨੇ ਕਿਹਾ ਜਿਸ ਡਿਠੇ ਸਭ ਦੁੱਖ, ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਦੁੱਖ ਦੂਰ ਹੁੰਦੇ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਉੱਥੇ ਅੱਜ ਸਾਕਾ ਪੰਜਾ ਸਾਹਿਬ ਜੇਲ੍ਹ 'ਚ ਗੁਰਸਿੱਖ ਕੈਦੀਆਂ ਨੂੰ ਕੈਦ ਕਰਕੇ ਹਸਨ ਅਬਦਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੰਜਾ ਸਾਹਿਬ ਦੀਆਂ ਸੰਗਤਾਂ ਦਾ ਸੰਕਲਪ ਹੋਇਆ ਕਿ ਭੁੱਖੇ ਨੇ ਕਈ ਦਿਨਾਂ ਦੇ ਸਿੰਘ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ। ਪਰ ਅੰਗਰੇਜ਼ ਨਹੀਂ ਮੰਨੇ, ਕਹਿੰਦੇ ਅਸੀਂ ਇੱਥੇ ਟ੍ਰੇਨ ਨਹੀਂ ਰੋਕਣੀ। ਪਰ ਅਰਦਾਸ ਕਰਕੇ ਪ੍ਰਸ਼ਾਦਾ ਲੈ ਕੇ ਸਿੰਘ ਹਾਜ਼ਰ ਸਨ। ਨਹੀਂ ਰੋਕੋਗੇ ਪਟੜੀ ਦੇ ਅੱਗੇ ਵਿਛ ਜਾਵਾਂਗੇ। ਤੋ ਪਟੜੀ ਦੇ ਅੱਗੇ ਸਿੰਘ ਵਿਛ ਗਏ, ਬੈਠ ਗਏ। ਟ੍ਰੇਨ ਨਹੀਂ ਰੋਕੀ, ਉਹਨਾਂ ਚਲਦੀ ਆਈ। ਕੁਝ ਸਿੰਘਾਂ ਦੇ ਸਰੀਰਾਂ ਦੇ ਉੱਤੇ ਟ੍ਰੇਨ ਦੇ ਚੱਕੇ ਚੜ੍ਹ ਗਏ, ਸ਼ਹੀਦੀਆਂ ਵੀ ਪਾ ਗਏ, ਪਰ ਆਪਣੇ ਆਪ ਹੀ ਉਹ ਟ੍ਰੇਨ ਬਾਅਦ ਵਿੱਚ ਗੁਰੂ ਕਿਰਪਾ ਨਾਲ ਰੁਕ ਗਈ। ਟ੍ਰੇਨ ਚਲਾਉਣ ਵਾਲਾ ਉਹ ਹੈਰਾਨ ਸੀ ਕਿ ਟ੍ਰੇਨ ਨੂੰ ਬ੍ਰੇਕ ਕਿਵੇਂ ਵੱਜੀ ਹੈ। ਉਹਨੇ ਵੀ ਉਸੇ ਦਿਨ ਤੋਂ ਨੌਕਰੀ ਛੱਡੀ ਤੇ ਗੁਰੂ ਕੀ ਸਿੱਖੀ ਧਾਰਨ ਕਰ ਲਈ ਸੀ। ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਆਪ ਸਮੂਹ ਮਾਈ ਭਾਈ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਬਾਲ ਲੀਲਾ ਦੇ ਚੋਜ ਨੇ। ਤਿਆਗੀ ਤੇ ਵਿਰਕਤ ਜੀਵਨ ਹੈ ਮੇਰੇ ਸਾਹਿਬ ਦਾ। ਦਾਨੀ ਤੇ ਦਿਆਲੂ ਨੇ। ਘਰ ਦੀਆਂ ਬਹੁਤ ਸਾਰੀਆਂ ਵਸਤੂਆਂ ਚੁੱਕਦੇ ਆ, ਬਾਹਰ ਜਾ ਕੇ ਦਾਨ ਕਰਾਉਂਦੇ 5 ਸਾਲ ਦੀ ਉਮਰ ਵਿੱਚ, ਕਿਉਂਕਿ ਸਾਹਿਬ ਹੈ ਨਹੀਂ ਦਾਤੇ ਸਾਰੇ ਜਗਤ ਦੇ। ਮਾਤਾ ਜੀ ਨਾਰਾਜ਼ ਹੁੰਦੇ, ਪਿਤਾ ਜੀ ਨੂੰ ਗੁੱਸਾ ਆਉਂਦਾ। ਪੰਡਤ ਹਰਦਿਆਲ ਜੀ ਨਾਲ ਜਾ ਕੇ ਗੱਲਬਾਤ ਕੀਤੀ, ਤੂੰ ਤਾਂ ਕਹਿੰਦਾ ਸੀ ਇਹ ਬੜਾ ਪ੍ਰਤਾਪੀ ਬੱਚਾ ਹੋਵੇਗਾ, ਇਹ ਤਾਂ ਹੁਣੇ ਹੀ ਘਰ ਉਜਾੜ ਰਿਹਾ, ਵੱਡਾ ਹੋ ਕੇ ਕੀ ਕਰੇਗਾ।
ਤੂੰ ਕਿਤੇ ਜੋਤਿਸ਼ ਦੀ ਗਿਣਤੀ ਮਿਣਤੀ ਗਲਤ ਨਹੀਂ ਕੀਤੀ? ਪੰਡਤ ਜੀ ਨੇ ਅੱਗੋਂ ਜਵਾਬ ਦਿੱਤਾ, ਹਾਂ ਇੱਕ ਲੱਛਣ ਜੋ ਮੈਂ ਉਦੋਂ ਵੇਖਿਆ ਸੀ ਅੱਜ ਦੱਸ ਦਿੰਨਾ, ਉਦੋਂ ਨਹੀਂ ਸੀ ਦੱਸਿਆ ਤੁਹਾਡੀ ਖੁਸ਼ੀ ਵੇਖ ਕੇ। ਗੁਰੂ ਨਾਨਕ ਦੀ ਮਹਿਮਾ ਸਾਰਾ ਸੰਸਾਰ ਜਾਣੇਗਾ, ਪਰ ਉਹਨਾਂ ਦੇ ਸੰਬੰਧੀ ਉਹਨਾਂ ਨੂੰ ਕੇਵਲ ਆਪਣਾ ਪੁੱਤਰ ਤੇ ਭਰਾ ਜਾਂ ਸੰਬੰਧੀ ਵੇਖਣਗੇ, ਉਹ ਨਹੀਂ ਜਾਣਨਗੇ। ਮੈਂ ਜਾਣ ਲਿਆ ਹੈ, ਉਹ ਲੱਛਣ ਅੱਜ ਸਾਬਤ ਹੋ ਗਿਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਘਰ ਵਿੱਚ ਖੇਡਦੇ ਨੇ। ਮਾਤਾ ਜੀ ਅੱਜ ਰਾਤ ਦਾ ਸਮਾਂ ਭੋਜਨ ਛਕਾ ਕੇ ਸਤਿਗੁਰਾਂ ਨੂੰ ਨਾਲ ਲੈ ਕੇ ਬਿਰਾਜੇ ਨੇ। ਸਾਹਿਬ ਜੀ ਬਿਰਾਜ ਗਏ, ਮਾਤਾ ਜੀ ਨੂੰ ਨੀਂਦ ਆਈ, ਸੁਪਨਾ ਆਇਆ, ਪਹਿਰ ਸਵਾ ਪਹਿਰ ਰਾਤ ਰਹਿੰਦੇ ਆ। ਕੀ ਵੇਖਦੇ ਨੇ? ਦੇਵਤੇ ਉਤਰੇ ਨੇ ਆਕਾਸ਼ ਵਿੱਚੋਂ, ਹੱਥਾਂ ਵਿੱਚ ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ ਨੇ, ਚੰਦਨ ਦਾ ਚਰਚਣ ਕਰ ਰਹੇ ਨੇ। ਇੱਕ ਬੜਾ ਕਰੋੜਾਂ ਸੂਰਜਾਂ ਵਰਗੇ ਪ੍ਰਕਾਸ਼ ਵਰਗਾ ਤਖਤ ਹੈ, ਉਸ ਤਖਤ ਤੇ ਗੁਰੂ ਨਾਨਕ ਸਾਹਿਬ ਬੈਠੇ ਨੇ ਔਰ ਉਹ ਦੇਵਤੇ ਗੁਰੂ ਸਾਹਿਬ ਨੂੰ ਪੂਜ ਰਹੇ ਨੇ। ਵੇਖ ਕੇ ਮਾਤਾ ਜੀ ਵਿਸਮਾਦ ਹੋ ਰਹੇ ਨੇ, ਸੁਪਨਾ ਚੱਲ ਰਿਹਾ ਔਰ ਉਹ ਦੇਵਤੇ ਗੁਰੂ ਸਾਹਿਬ ਜੀ ਦੀ ਉਪਮਾ ਕਰ ਰਹੇ ਨੇ, ਮਹਾਰਾਜ ਜੀ ਦਾ ਜਸ ਕਰ ਰਹੇ ਨੇ, ਗੁਰਦੇਵ ਦਾ ਜਜਨ ਭਜਨ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਇਹ ਸਾਧਨਾ ਹੈ ਗੁਰੂ ਖਾਲਸਾ ਜੀ। ਕਥਾ ਤਾਂ ਆਪਾਂ ਸਰਵਣ ਕਰਨੀ ਹੈ, ਪਰ ਇਹ ਸਾਧਨਾ ਹੈ। ਜਦੋਂ ਕੀਰਤਨ ਸਰਵਣ ਕਰੀਦਾ, ਕਥਾ ਸਰਵਣ ਕਰੀਦੀ ਹੈ, ਤਾਂ ਕੁਝ ਸਮੇਂ ਲਈ ਸੁਰਤ ਬਿਰਤ ਜਦੋਂ ਇਕਾਗਰ ਕਰਕੇ ਸਰਵਣ ਕਰਦੇ ਹਾਂ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਦੇ ਹਾਂ, ਤਾਂ ਇਹ ਸਾਧਨਾ ਹੈ ਮਨ ਨੂੰ ਇਕਾਗਰ ਕਰਨ ਦੀ। ਅਗਰ ਸੰਗਤ ਨਾ ਕਰੀਏ, ਕਥਾ ਕੀਰਤਨ ਨਾ ਸੁਣੀਏ, ਤੇ ਮਨ ਦੀ ਇਕਾਗਰਤਾ ਨਹੀਂ ਬਣਦੀ ਹੈ। ਇਸ ਕਰਕੇ ਮਹਾਂਪੁਰਸ਼ ਕਹਿੰਦੇ, ਭਾਈ ਜੇ ਮਨ ਇਕਾਗਰ ਕਰਨਾ ਹੈ, ਸੁਰਤੀਆਂ ਨੂੰ ਇਕਾਗਰ ਕਰਨਾ ਹੈ, ਵਿਰਤੀਆਂ ਨੂੰ ਇਕਾਗਰ ਕਰਨਾ ਹੈ, ਤਾਂ ਸਤ ਸੰਗਤ ਵਿੱਚ ਜ਼ਰੂਰ ਜੁੜੋ, ਸਤ ਸੰਗਤ ਵਿੱਚ ਜ਼ਰੂਰ ਬੈਠੋ। ਆਓ ਇਹ ਸਾਧਨਾ ਜਾਣ ਕੇ ਪਾਤਸ਼ਾਹ ਜੀ ਦੇ ਸਿਮਰਨ ਦੀ, ਗੁਰਦੇਵ ਦੀ ਸਿਮਰਤੀ ਦੀ ਕੁਝ ਸਮੇਂ ਲਈ ਸੁਰਤ ਬਿਰਤ ਨੂੰ ਇਕਾਗਰ ਕਰਕੇ ਗੁਰਦੇਵ ਦਾ ਜਸ ਸਰਵਣ ਕਰੀਏ। ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਸਤਤ ਉਕਤੈ ਅਨਕ ਬਿਦ, ਜੈ ਜੈ ਬਚਨਿ ਉਚਾਰ। ਦੇਵਤੇ ਉਸਤਤ ਕਰ ਰਹੇ ਨੇ ਸਤਿਗੁਰਾਂ ਦੀ, ਔਰ ਜੈ 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 ਦਾ ਨਾਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਦੇ ਵਿੱਚ ਗਾਇਨ ਕਰ ਰਹੇ ਨੇ, ਉਚਾਰਨ ਕਰ ਰਹੇ ਹਨ। ਪਾਵਨ ਪਰਮ ਪੁਰਾਤਨੰ ਪੁਰਖ ਨ ਪਾਰਾਵਾਰ। ਕੀ ਕਹਿੰਦੇ ਨੇ? ਹੇ ਪਾਤਸ਼ਾਹ, ਤੁਸੀਂ ਪਾਵਨ ਤੇ ਪਰਮ ਪੁਰਖ ਹੋ, ਪੁਰਾਤਨ ਹੋ। ਪੁਰਾਤਨ ਦਾ ਮਤਲਬ ਹੁੰਦਾ ਜਿਸ ਬਾਰੇ ਕਿਹਾ ਨਾ ਜਾ ਸਕੇ, ਕਿਤਨਾ ਕੁ ਪੁਰਾਣਾ। ਕਦੋਂ ਦੇ ਹੋ ਨਹੀਂ ਕਿਹਾ ਜਾ ਸਕਦਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ, ਨਹੀਂ ਕਿਹਾ ਜਾ ਸਕਦਾ। ਕੱਤਕ ਦੀ ਪੂਰਨਿਮਾ ਜਾਂ 1526 ਸੰਮਤ ਬਿਕਰਮੀ ਕਹਿ ਦਿੰਨੇ ਆ ਅਵਤਾਰ ਹੈ ਸਾਹਿਬ ਦਾ, ਪਰ ਪਾਤਸ਼ਾਹ ਤਾਂ ਉਸ ਤੋਂ ਪਹਿਲਾਂ ਵੀ ਸਨ। ਇਹ ਤਾਂ ਮਾਨਵੀ ਸਰੀਰ ਧਾਰ ਕੇ ਸਾਡੇ ਤੇ ਤਰਸ ਕਰਨ ਆਏ ਨੇ, ਕਿਰਪਾ ਕਰਨ ਆਏ ਨੇ। ਇਸ ਕਰਕੇ ਕਹਿ ਰਹੇ ਨੇ ਦੇਵਤੇ, ਮਹਾਰਾਜ ਤੁਸੀਂ ਪੁਰਾਤਨ ਹੋ, ਕਦੋਂ ਤੋਂ ਹੋ ਨਹੀਂ ਜਾਣਿਆ ਜਾ ਸਕਦਾ। ਇਸ ਤਰ੍ਹਾਂ ਮਹਾਰਾਜ ਨਾ ਹੀ ਆਪ ਜੀ ਦਾ ਅੰਤ ਹੈ, ਨਾ ਪਾਰਾਵਾਰ ਹੈ। ਚੌਪਈ ਧਰ ਅਲੰਬ ਕੇ ਦੇਵਨ ਹੇਤੂ। ਧਰਤੀ ਨੂੰ ਆਸਰਾ ਦੇਣ ਵਾਸਤੇ, ਕਿਉਂਕਿ ਧਰਤੀ ਨੇ ਪੁਕਾਰਾਂ ਕੀਤੀਆਂ ਪਰਮੇਸ਼ਰ ਅੱਗੇ। ਕਲਮਲ ਹੋਈ ਮੇਦਨੀ ਅਰਦਾਸ ਕਰੈ ਲਿਬਲਾਏ। ਪਰਮੇਸ਼ਰ ਅੱਗੇ ਅਰਦਾਸ ਕੀਤੀ ਸੀ ਧਰਤੀ ਨੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਇਹ ਸੰਸਾਰ ਦੇ ਵਿੱਚ ਆਏ। ਪ੍ਰਗਟੇ ਸ਼੍ਰੀ ਬੇਦੀ ਕੁਲ ਕੇਤੂ। ਇਹ ਬੇਦੀਆਂ ਦੀ ਕੁਲ ਦੇ ਕੇਤੂ, ਨਿਸ਼ਾਨ, ਧਵਜ
ਤੁਸੀਂ ਇਸ ਸੰਸਾਰ ਦੇ ਵਿੱਚ ਧਰਤੀ ਨੂੰ ਧੀਰਜ ਦੇਣ ਵਾਸਤੇ ਪ੍ਰਗਟੇ ਹੋ, ਅਵਤਰਤ ਹੋਏ ਹੋ। ਭਗਤ ਜਗਤ ਮਦ ਬਿਦਤ ਕਰਨ ਕੋ, ਸੰਸਾਰ ਦੇ ਵਿੱਚ ਭਗਤੀ ਦਾ ਮਾਰਗ ਪ੍ਰਗਟ ਕਰਨ ਵਾਸਤੇ, ਕਿਉਂਕਿ ਹੋਰ ਕਰਮਾਂ ਨੂੰ ਬਹੁਲਤਾ ਸੰਸਾਰ ਦੇ ਜੀਵਾਂ ਦੇ ਵਿੱਚ ਪ੍ਰਗਟ ਕਰਕੇ ਵਿਖਾਈ ਜਾ ਰਹੀ ਸੀ। ਜਿਹੜਾ ਮੁੱਖ ਮਾਰਗ ਸੀ ਪਰਮੇਸ਼ਰ ਦੀ ਭਗਤੀ ਦਾ, ਉਹ ਸੰਸਾਰ ਦੇ ਵਿੱਚ ਦ੍ਰਿੜ ਨਹੀਂ ਸੀ। ਮਹਾਰਾਜ ਜੀ, ਪ੍ਰਭੂ ਭਗਤੀ ਦਾ ਜਿਹੜਾ ਮੁੱਖ ਮਾਰਗ ਹੈ ਜਗਤ ਵਿੱਚ, ਉਸ ਨੂੰ ਵਿਦਿਤ ਕਰਨ ਲਈ, ਉਸ ਨੂੰ ਪ੍ਰਗਟ ਕਰਨ ਲਈ ਤੁਸੀਂ ਸੰਸਾਰ ਵਿੱਚ ਆਏ ਹੋ। ਕਲ ਮਲ ਦੁਸ਼ਟਨ ਦੰਭ ਦਰਨ ਕੋ, ਕਲਮਲ ਪਾਪ ਜਿਹੜੇ ਨੇ, ਉਹਨਾਂ ਕਲਯੁਗ ਦੇ ਪਾਪਾਂ ਨੂੰ, ਦੁਸ਼ਟਾਂ ਨੂੰ, ਪਖੰਡਾਂ ਨੂੰ ਦਰਨ ਕੋ, ਨਾਸ਼ ਕਰਨ ਵਾਸਤੇ ਸੰਸਾਰ ਵਿੱਚ ਆਏ ਹੋ। ਜੋ ਪਈ ਕਲ ਮੈਂ ਪਾਵਨ ਪੰਥ ਨਰਨ ਕੋ, ਇਸ ਕਲੀ ਕਾਲ ਦੇ ਸਮੇਂ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਘਰ ਦਾ ਜਿਹੜਾ ਮਾਰਗ ਹੈ, ਸ੍ਰੇਸ਼ਟ ਮਾਰਗ ਪੰਥ ਦਾ, ਉਹ ਪੰਥ ਸੰਸਾਰ ਦੇ ਵਿੱਚ ਚਲਾਉਣ ਵਾਸਤੇ ਆਏ ਹੋ। ਪ੍ਰਦ ਸਤ ਸੰਗਤ ਜਗਤ ਤਰਨ ਕੋ, ਔਰ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ, ਹੁਕਮ ਕਰਨ ਵਾਸਤੇ ਕਿ ਭਾਈ ਜਿਹੜੇ ਸਤ ਦੀ ਸੰਗਤ ਕਰਨਗੇ, ਸਤ ਸੰਗਤ ਵਿੱਚ ਜੁੜਨਗੇ, ਉਹਨਾਂ ਦਾ ਇਸ ਜਗਤ ਦੇ ਵਿੱਚੋਂ ਪਾਰ ਉਤਾਰਾ ਹੋਵੇਗਾ। ਨਾਮ ਜਪਾਵਨ ਧਿਆਨ ਚਰਨ ਕੋ, ਮਹਾਰਾਜ ਜੀ, ਤੁਸੀਂ ਨਾਮ ਜਪਾਉਣ ਆਏ ਹੋ ਸੰਸਾਰ ਦੇ ਵਿੱਚ, ਔਰ ਅਕਾਲ ਪੁਰਖ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਨ ਵਾਸਤੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਜਗਤ ਵਿੱਚ ਅਵਤਰਤ ਹੋਏ ਹੋ। ਜਗਤ ਗੁਰੂ ਬਾਬਾ ਜੀ ਨੇ ਥਾਂ ਪਰ ਥਾਂ ਜਾ ਕੇ ਜਿੱਥੇ ਜਿੱਥੇ ਗਏ ਨੇ, ਨਿਰੰਕਾਰ ਦੇ ਅੰਮ੍ਰਿਤ ਨਾਮ ਦੀ ਵਰਖਾ ਕੀਤੀ ਹੈ। ਇਹੀ ਕਿਹਾ, ਭਾਈ ਨਾਮ ਜਪੋ, ਨਾਮ ਜਪੋ। ਤੋ ਸੰਸਾਰ ਦੇ ਜੀਵਾਂ ਨੂੰ ਨਾਮ ਜਪਾਉਣ ਵਾਸਤੇ ਔਰ ਅਕਾਲ ਪੁਰਖ ਜੀ ਦੇ ਚਰਨਾਂ ਦਾ ਧਿਆਨ ਧਰਨ ਕਰਨ ਵਾਸਤੇ ਹੁਕਮ ਕਰਨ ਲਈ ਆਏ ਹੋ। ਭਗਤਨ ਦੁਖਹਾ ਜਨਮ ਮਰਨ ਕੋ, ਭਗਤਾਂ ਦੇ ਦੁੱਖ ਦਾ ਨਾਸ਼ ਕਰਨ ਵਾਲੇ ਹੋ ਤੇ ਜਨਮ ਤੇ ਮਰਨ ਨੂੰ ਨਿਵਾਰਨ ਵਾਲੇ ਹੋ। ਦੀਨ ਆਸਰਾ ਏਕ ਸ਼ਰਨ ਕੋ, ਸੰਸਾਰ ਦੇ ਜੀਵਾਂ ਨੂੰ ਇੱਕ ਆਸਰਾ ਦੇਣ ਵਾਸਤੇ ਕਿ ਇੱਕ ਦੀ ਸ਼ਰਨ ਲੈਣੀ ਹੈ ਭਾਈ, ਇੱਕ ਨੂੰ ਧਿਆਉਣਾ, ਇੱਕ ਨੂੰ ਆਰਾਧਣਾ। ਇੱਕ ਹੈ, ਲੋਕ ਕਹਿੰਦੇ ਸਨ ਓਮ, ਗੁਰਦੇਵ ਨੇ ਇੱਕ ਲਾ ਕੇ ਆਖਿਆ, ਇੱਕ ਓੰਕਾਰ, ਇੱਕ, ਜਿਹਦੇ ਵਰਗਾ ਕੋਈ ਦੂਜਾ ਨਹੀਂ ਹੈ। ਇੱਕ ਦੀ ਸ਼ਰਨ ਪਾਉਣ ਵਾਸਤੇ, ਇੱਕ ਦਾ ਧਿਆਨ ਧਾਰਨ ਕਰਨ ਵਾਸਤੇ ਲੋਕਾਂ ਨੂੰ ਉਪਦੇਸ਼ ਦੇਣ ਲਈ ਆਏ ਹੋ। ਕੋ ਮਤ ਕੋ ਚਾਲ ਕੋ ਕਰਮ ਹਰਨ ਕੋ, ਕੋ ਮਤ ਤੇ ਭੈੜੀਆਂ ਚਾਲਾਂ ਦਾ ਨਾਸ਼ ਕਰਨ ਵਾਸਤੇ, ਕੋ ਕਰਮਾਂ ਨੂੰ, ਵਿਕਰਮਾਂ ਨੂੰ ਨਾਸ਼ ਕਰਨ ਵਾਸਤੇ ਸੰਸਾਰ ਚ ਆਏ ਹੋ। ਪੀਰ ਮੀਰ ਸਿੱਧ ਦਰਪ ਛਰਨ ਕੋ, ਔਰ ਜਿਹੜੇ ਵੱਡੇ ਵੱਡੇ ਪੀਰ, ਮੀਰ, ਵਲੀ ਕੰਧਾਰੀ ਵਰਗੇ ਪੀਰ ਸਨ, ਉਹਨਾਂ ਦੇ ਹੰਕਾਰ ਨੂੰ ਖਤਮ ਕਰਕੇ, ਜਿਹੜੇ ਟੇਢਿਆਂ ਤੇ ਭੈੜਿਆਂ ਰਾਹਾਂ ਤੇ ਚੱਲ ਰਹੇ ਸਨ, ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਸਿੱਧੇ ਮਾਰਗ ਪਾਉਣ ਲਈ ਆਏ ਹੋ। ਮਹਾਰਾਜ, ਇਹ ਸੰਸਾਰ ਦੇ ਵਿੱਚ ਭੁੱਲਿਆਂ ਭਟਕਿਆਂ ਨੂੰ ਮਾਰਗ ਪਾਉਣ ਵਾਸਤੇ ਹੀ ਆਪ ਜੀ ਦਾ ਅਵਤਾਰ ਹੋਇਆ। ਭੂਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ, ਵਡਭਾਗੀ ਪਾਇਆ। ਮਹਾਰਾਜ, ਭੁੱਲਿਆਂ ਭਟਕਿਆਂ ਨੂੰ ਮਾਰਗ ਪਾਉਣ ਆਏ ਹੋ। ਵਾਹਿਗੁਰੂ ਦੇ ਜਾਪ ਰਰਨ ਕੋ, ਵਾਹਿਗੁਰੂ, ਵਾਹਿਗੁਰੂ ਦੇ ਇਸ ਅੰਮ੍ਰਿਤ ਨਾਮ ਦਾ ਜਾਪ ਜਪਣ ਲਈ ਤੇ ਜਪਾਉਣ ਲਈ ਆਏ ਹੋ। ਦੋਹਰਾ ਏ ਬਿਦ ਬੇਬੁੱਧ ਸੋ ਬਦਨ ਬਦ, ਪਦ ਅਰਬਿੰਦ ਮਨਾਏ। ਇਸ ਪ੍ਰਕਾਰ ਨਾਲੇ ਜਿੰਨੇ ਦੇਵਤੇ ਸਨ, ਇਹਨਾਂ ਦੇਵਤਿਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੁਜਸ ਕੀਤਾ, ਸੁਜਸ ਕੀਤਾ, ਉਪਮਾ ਕੀਤੀ। ਉਪਮਾ ਕਰਕੇ ਫਿਰ ਮਹਾਰਾਜ ਜੀ ਦੇ ਚਰਨਾਂ ਨੂੰ ਪੂਜਿਆ। ਚਰਨ ਧੋਂਦੇ ਆ ਸਤਿਗੁਰਾਂ ਦੇ, ਔਰ ਧੋ ਕੇ ਉਹ ਜਲ ਛਕਦੇ ਨੇ, ਕਹਿੰਦੇ ਇਹ ਅੰਮ੍ਰਿਤ ਹੈ। ਇੱਕ ਅੰਮ੍ਰਿਤ ਅਸੀਂ ਉੱਥੋਂ ਲਿਆ ਸੀ ਜਦੋਂ ਸਮੁੰਦਰ ਰਿੜਕਿਆ ਸੀ, ਪਰ ਉਹ ਅੰਮ੍ਰਿਤ ਵੀ ਉਹ ਅੰਮ੍ਰਿਤ ਨਹੀਂ ਜੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਜਲ ਸਾਨੂੰ ਪ੍ਰਾਪਤ ਹੋਇਆ। ਇਹੋ ਜਿਹਾ ਅੰਮ੍ਰਿਤ ਨਹੀਂ ਹੈ। ਘੋਟਾਂ ਭਰ ਭਰ ਪੀਂਦੇ ਨੇ, ਸਿਰ ਦੇ ਵਿੱਚ ਉਹ ਚੂੜੇ ਪਾਉਂਦੇ ਐ, ਔਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਜਨ ਭਜਨ ਕਰਕੇ ਪੂਜਦੇ ਹਨ। ਗਏ ਆਪਨੇ ਲੋਕ ਕੋ, ਜੈ ਜੈ ਤੇ ਜੋ ਆਏ। ਜਿੰਨੇ ਦੇਵਤੇ ਸਨ ਜਿੱਥੋਂ ਜਿੱਥੋਂ ਆਏ ਹਨ, ਮਹਾਰਾਜ ਜੀ ਨੂੰ ਨਮਸਕਾਰ ਕਰਕੇ ਮੁੜ ਕੇ ਆਪੋ ਆਪਣੀਆਂ ਉਹਨਾਂ ਪੁਰੀਆਂ ਨੂੰ ਚਲੇ ਗਏ। ਜੋ ਪਈ
ਅਚਰਜ ਪਈ ਹੀਰ ਕਰ ਮਾਤਾ। ਮਾਤਾ ਜੀ ਨੇ ਸਾਰਾ ਕੁਝ ਸੁਪਨੇ 'ਚ ਵੇਖਿਆ, ਬੜੇ ਹੈਰਾਨ ਹੋਏ, ਇੱਕਦਮ ਅਚਰਜ ਹੋਏ, ਇਹ ਕਿਸ ਤਰ੍ਹਾਂ ਦਾ ਸੁਪਨਾ ਆਇਆ ਹੈ। ਜਾਨੀ ਪਰੇ ਨ ਗਤ ਨਿਜ ਤਾਤਾ। ਸਮਝ ਨਹੀਂ ਆ ਰਹੀ ਕਿ ਮੇਰੇ ਪੁੱਤਰ ਦੀ ਇਹ ਕਿਹੋ ਜੀ ਗਤ ਅਵਸਥਾ ਹੈ। ਭਇਓ ਹਿਰਦੇ ਮੈਂ ਸਪਰਮ ਜਾਗੇ। ਇੱਕਦਮ ਮਾਤਾ ਜੀ ਨਾਲ ਸਭਰਮ ਜੇ ਹੋ ਕੇ, ਜਿਵੇਂ ਅਚਰਜ ਜੇ ਹੋ ਕੇ ਡਰੇ ਜੇ ਹੋਏ, ਮਾਤਾ ਜੀ ਜਾਗੇ ਨੇ, ਨੇਤਰ ਖੋਲੇ ਹਨ। ਸੁਤ ਅਵੈਵ ਸਭ ਦੇਖਣ ਲਾਗੀ। ਭੱਜ ਕੇ ਨਾ ਇੱਕਦਮ ਉੱਠ ਕੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਹੱਥਾਂ ਨੂੰ, ਚਰਨਾਂ ਨੂੰ ਵੇਖਣ ਲੱਗ ਪਏ ਵੀ ਕੌਣ ਆਏ ਸਨ ਇਹ ਸਾਰੇ ਜਿਹੜੇ ਮਹਾਰਾਜ ਜੀ ਦੇ ਚਰਨਾਂ ਨੂੰ ਪੂਜ ਰਹੇ ਸਨ, ਨਾਨਕ ਦੇ ਨੂੰ। ਉਹ ਮਾਤਾ ਜੀ ਬੜੀ ਹੈਰਾਨੀ ਨਾਲ ਮਹਾਰਾਜ ਜੀ ਦੇ ਚਰਨ ਵੇਖਦੇ, ਸਤਿਗੁਰਾਂ ਦੇ ਸਰੀਰ ਦੇ ਅੰਗਾਂ ਨੂੰ ਵੇਖਦੇ ਹਨ। ਚੰਦਨ ਸੋ ਚਰਚਿਤ ਹੈ ਸਾਰੇ। ਉਸ ਵੇਲੇ ਮਾਤਾ ਜੀ ਦੇ ਮਨ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਵੇਖਿਆ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਪ੍ਰਤੱਖ ਰੂਪ ਵਿੱਚ ਚੰਦਨ ਦਾ ਛਿੜਕਾਵ ਹੈ। ਸਾਰੇ ਸਰੀਰ ਦੇ ਉੱਤੇ ਚੰਦਨ ਦੇ ਛਿੱਟੇ ਨੇ। ਹੈਰਾਨ ਹੋ ਗਏ ਵੀ ਮੈਂ ਤਾਂ ਸੁਪਨਾ ਵੇਖਿਆ ਸੀ, ਸੁਪਨਾ ਸੱਚ ਕਿਵੇਂ ਹੈ? ਇਹ ਤਾਂ ਵਾਸਤਵਿਕ ਰੂਪ ਦੇ ਵਿੱਚ ਹੀ ਇਹਨਾਂ ਦੇ ਸਰੀਰ ਦੇ ਉੱਤੇ ਚੰਦਨ ਦਾ ਛਿੜਕਾਵ ਤੇ ਚਰਚਣ ਕੀਤਾ ਹੋਇਆ ਹੈ। ਬਹੁਤ ਸੁਗੰਧ ਜੋ ਜਜੇ ਨਿਹਾਰੇ। ਔਰ ਜਿਹੜੇ ਚਰਨ ਪੂਜੇ ਹੋਏ ਸੀ ਉਹ ਬੜੀ ਸੁਗੰਧੀ ਆ ਰਹੀ ਆ ਉਹਦੇ ਵਿੱਚੋਂ। ਸੁਗੰਧੀ ਵੀ ਬੜੀ ਅਨੋਖੀ ਸੁਗੰਧੀ ਹੈ। ਬੜੇ ਹੈਰਾਨ ਹੋ ਰਹੇ ਨੇ ਮਾਤਾ ਜੀ। ਸਭ੍ਰਮ ਮਨ ਨੈ ਥਿਰਤਾ ਹੋਈ। ਮਨ 'ਚ ਇੱਕਦਮ ਭਰਮ ਸੰਸਾ ਆ ਗਿਆ, ਮਨ ਨਹੀਂ ਪਿਆ ਟਿਕਦਾ ਵੀ ਹੋਇਆ ਕੀ, ਸੁਪਨਾ ਸੀ ਕਿ ਸੱਚ ਸੀ? ਫਿਰ ਮੈਂ ਤਾਂ ਸੁਪਨਾ ਵੇਖਿਆ ਸੀ, ਜੇ ਸੁਪਨਾ ਸੀ ਤੇ ਸੱਚ ਦੇ ਵਿੱਚ ਸਰੀਰ ਦੇ ਉੱਤੇ ਚੰਦਨ ਦੇ ਚਿੱਟੇ ਕਿੱਥੋਂ ਆ ਗਏ? ਸੁਗੰਧੀ ਆ ਰਹੀ ਹੈ, ਮੈਂ ਜਾਗ ਰਹੀ ਹਾਂ। ਬੜੀ ਹੈਰਾਨੀ ਦੇ ਵਿੱਚ ਮਾਤਾ ਜੀ ਬੈਠੇ ਹਨ। ਕਿਦੋਂ ਸਾਚ ਕੈ ਸੁਪਨਾ ਸੋਈ। ਸੋਚਦੇ ਨੇ ਕਿ ਸੱਚ ਹੈ ਜਾਂ ਫਿਰ ਸੁਪਨਾ ਸੀ। ਹਿਰਦੇ ਵਿਚਾਰਤ ਆਰਤ ਮਾਤਾ। ਮਾਤਾ ਜੀ ਮਨ ਹੀ ਮਨ ਬੜੇ ਪਰੇਸ਼ਾਨ ਵੀ ਹੋ ਰਹੇ ਨੇ, ਸਮਝ ਨਹੀਂ ਪਈ ਆਉਂਦੀ ਇਹ ਕੀ ਹੋ ਰਿਹਾ ਹੈ। ਨਿਰਣੈ ਹੋਏ ਨਾ ਏਕੈ ਬਾਤਾ। ਇੱਕ ਗੱਲ ਦਾ ਨਿਰਣਾ ਨਹੀਂ ਪਿਆ ਹੁੰਦਾ ਕਿ ਸੁਪਨਾ ਸੀ ਜਾਂ ਸੱਚ ਹੈ। ਸੁਤ ਕੀ ਮਹਿਮਾ ਮਨ ਮੈਂ ਮਾਨੀ। ਮਾਤਾ ਜੀ ਜਾਣ ਗਏ ਕਿ ਮੇਰਾ ਪੁੱਤ ਕੋਈ ਸਧਾਰਨ ਬਾਲਕ ਨਹੀਂ ਹੈ, ਇਹ ਤਾਂ ਆਪ ਪਰਮੇਸ਼ਵਰ ਹਨ ਜਿਨ੍ਹਾਂ ਨੂੰ ਦੇਵਤੇ ਪੂਜਣ ਲਈ ਆਏ ਹਨ। ਇਹ ਅਵਤਾਰ ਸਤ ਚਿਤ ਜਾਨੀ। ਜਾਣ ਲਿਆ ਮਾਤਾ ਜੀ ਨੇ ਮੇਰਾ ਪੁੱਤ ਅਵਤਾਰ ਹੈ ਅਕਾਲ ਪੁਰਖ ਦਾ। ਦੋਹਰਾ ਜਿਸਕੇ ਪਦ ਅਰਬਿੰਦ ਕੋ ਦਿਵ ਰੂਪ ਬੋ ਆਏ। ਜਿਨ੍ਹਾਂ ਦੇ ਚਰਣਾ ਕਮਲਾਂ ਨੂੰ ਪੂਜਣ ਲਈ ਦੇਵਤੇ ਚੱਲ ਕੇ ਆਏ ਹਨ। ਕਰੀ ਆਪ ਚਿਤ ਪ੍ਰੀਤ ਸੋ ਬਾਰ ਬਾਰ ਸਿਰ ਨਾਏ। ਔਰ ਆਪ ਆ ਕੇ ਉਹਨਾਂ ਨੇ ਬੜੇ ਪ੍ਰੇਮ ਨਾਲ ਨਮਸਕਾਰ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਪੂਜਾ ਕੀਤੀ ਹੈ, ਜਜਨ ਭਜਨ ਕੀਤਾ ਤੇ ਉਹ ਵੀ ਪ੍ਰਤੱਖ ਨਜ਼ਰ ਆ ਰਿਹਾ ਹੈ। ਚੋਪਈ ਹੋ ਹੀਰੇ ਸੁਪਨੇ ਕੀ ਨਿਆਈ। ਮੈਂ ਤਾਂ ਸੁਪਨੇ ਦੇ ਨਿਆਈ, ਸੁਪਨੇ ਵਿੱਚ ਵੇਖਿਆ ਸਭ ਕੁਝ। ਅਬ ਲੋ ਚਰਚਿਓ ਬਿਦਤ ਦਿਸਾਈ। ਪਰ ਜਿਹੜਾ ਚੰਦਨ ਦਾ ਚਰਚਣਾ ਉਹ ਤਾਂ ਸਾਹਮਣੇ ਪ੍ਰਤੱਖ ਪਿਆ ਨਜ਼ਰ ਆਉਂਦਾ ਹੈ। ਚਿਤ ਵਿਚਾਰ ਕਰਤਿਓ ਪ੍ਰਭਾਤੂ। ਮਾਤਾ ਜੀ ਨੂੰ ਨੀਂਦ ਨਹੀਂ ਪਈ, ਵਿਚਾਰ ਕਰਦਿਆਂ ਦਿਨ ਚੜ ਗਿਆ, ਲੋ ਲੱਗ ਗਈ, ਪਉ ਫੁੱਟ ਗਈ। ਚੜਿਓ ਸੁਮਾਰ ਤੰਡ ਬਖਿਆ ਤੂ। ਮਾਰ ਤੰਡ ਕਹਿੰਦੇ ਨੇ ਸੂਰਜ ਨੂੰ, ਆਕਾਸ਼ ਵਿੱਚ ਸੂਰਜ ਦਾ ਪ੍ਰਕਾਸ਼ ਹੋ ਗਿਆ। ਜਾਨੀ ਨਾਨਕ ਜੀ ਮਨ ਮਾਤਾ। ਮਾਤਾ ਜੀ ਵੀ ਮੱਥਾ ਟੇਕਣ ਲੱਗ ਪਏ ਵੀ ਇਹ ਤਾਂ ਅਵਤਾਰ ਹਨ। ਜਗਤ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਕਿ ਮਾਤਾ ਜੀ ਨੇ ਮਨ 'ਚ ਸਾਨੂੰ ਜਾਣ ਲਿਆ ਹੈ ਕਿ ਇਹ ਤਾਂ ਅਕਾਲ ਪੁਰਖ ਦਾ ਅਵਤਾਰ ਹਨ। ਮਾਤਾ ਜੀ ਦੇ ਮਨ ਦੀ ਗੁਰੂ ਨਾਨਕ ਸਾਹਿਬ ਜੀ ਜਾਣ ਗਏ। ਤਾਨ ਦਈ ਤਬ ਮੋਹ ਕਨਾਤਾ। ਮਹਾਰਾਜ ਜੀ ਨੇ ਕਲਾ ਵਰਤਾਈ, ਇੱਕਦਮ ਅੱਗੇ ਮੋਹ ਦੀ ਕਨਾਤ ਤਾਣ ਦਿੱਤੀ ਮਾਤਾ ਜੀ ਤੇ। ਮਾਤਾ ਜੀ ਪਹਿਲਾਂ ਸੋਚ ਰਹੇ ਸਨ ਕਿ ਅਵਤਾਰ ਨੇ, ਇੱਕਦਮ ਜਦੋਂ ਸਤਿਗੁਰੂ ਜੀ ਉੱਠੇ, ਮਾਤਾ ਜੀ ਦੇ ਮਨ ਦੀ ਜਾਣੀ, ਗੁਰਦੇਵ ਨੇ ਫਿਰ ਮੋਹ ਦੀ ਕਨਾਤ ਮਾਤਾ ਜੀ ਤੇ ਤਾਣ ਦਿੱਤੀ। ਜਾਗੇ ਪੁਨ
ਕਰ ਕੈ ਮੁਖ ਰੂਖਾ। ਮਹਾਰਾਜ ਜੀ ਉੱਠੇ ਜਿਵੇਂ ਬੱਚੇ ਉੱਠਦਿਆਂ ਥੋੜਾ ਜਿਹਾ ਮੂੰਹ ਜਿਹਾ ਨਹੀਂ ਰੁੱਖਾ ਜਿਹਾ ਬਣਾਉਂਦੇ, ਰੋਂਦੇ ਜੇ ਹੁੰਦੇ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੁੱਠਾ ਜਿਹਾ ਮਨ ਕਰਕੇ ਮੁਖ ਕਰਕੇ ਉੱਠੇ ਨੇ, ਮਾਤਾ ਜੀ ਨੂੰ ਕਹਿਣ ਲੱਗੇ ਕਹੇ ਮਾਤ ਦੇ ਭੋਜਨ ਭੂਖਾ। ਉੱਠਦਿਆਂ ਸਾਰ ਮਹਾਰਾਜ ਜੀ ਨਾ ਜਿਵੇਂ ਰੁੱਠੇ ਜੇ ਹੁੰਦੇ, ਰੋਣੀ ਜੀ ਆਵਾਜ਼ ਵਿੱਚ ਕਹਿੰਦੇ ਮਾਂ ਭੁੱਖ ਲੱਗੀ ਐ, ਮੈਨੂੰ ਕੁਝ ਖਾਣ ਨੂੰ ਦਿਓ, ਭੋਜਨ ਦਿਓ। ਏਦਾਂ ਉੱਠਦਿਆਂ ਸਾਰ ਸੱਚੇ ਪਾਤਸ਼ਾਹ ਜੀ ਇਹ ਬੋਲੇ ਨਿਸਕੀ ਭੂਲੀ ਸਕਲ ਵਿਚਾਰਾ। ਮਾਤਾ ਜੀ ਜਿਹੜੇ ਪਹਿਲਾਂ ਸੋਚ ਰਹੇ ਸਨ ਵੀ ਅਵਤਾਰ ਨੇ, ਇੱਕਦਮ ਜਦੋਂ ਪਾਤਸ਼ਾਹ ਦੀ ਆਵਾਜ਼ ਸੁਣੀ ਸਾਰੀਆਂ ਗੱਲਾਂ ਭੁੱਲ ਗਈਆਂ ਜੋ ਸੁਪਨੇ ਵਿੱਚ ਵੇਖੀਆਂ ਜਾਂ ਜੋ ਕੁਝ ਵੀ ਹੋਇਆ, ਇੱਕਦਮ ਸਭ ਕੁਝ ਭੁੱਲ ਗਿਆ। ਇੱਕਦਮ ਮਨ 'ਚ ਮਮਤਾ ਆ ਗਈ, ਤਾਂ ਮੇਰਾ ਪੁੱਤ ਹੈ। ਘੁੱਟ ਕੇ ਫਿਰ ਛਾਤੀ ਨਾਲ ਲਾ ਲਿਆ, ਕਿਉਂਕਿ ਭਗਤੀ ਕਰਕੇ ਮੰਗੀ ਸੀ, ਵਾਹਿਗੁਰੂ ਮੇਰੇ ਘਰ 'ਚ ਪੁੱਤਰ ਬਣ ਕੇ ਅਵਤਾਰ ਧਾਰੋ। ਤੇ ਫਿਰ ਪੁੱਤਰ ਰੂਪ 'ਚ ਹੀ ਵੇਖਣਾ ਸੀ, ਵਾਹਿਗੁਰੂ ਰੂਪ 'ਚ ਥੋੜੀ ਨਜ਼ਰ ਆਉਣੇ ਸਨ। ਜੇ ਨਜ਼ਰ ਆਏ ਵੀ, ਗੁਰਦੇਵ ਨੇ ਕਨਾਤ ਤਾਣ ਦਿੱਤੀ ਮੋਹ ਦੀ। ਉਸੇ ਵਕਤ ਮਾਤਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ। ਲਖੀ ਰਿਦੇ ਸੁਤ ਮੈਂ ਭੁਖਿਆਰਾ। ਇੱਕਦਮ ਮਨ 'ਚ ਮਮਤਾ ਆ ਗਈ, ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਹੈ, ਲੰਮੀ ਰਾਤ ਹੈ, ਸਾਰੀ ਰਾਤ ਕੁਝ ਛਕਿਆ ਨਹੀਂ, ਤੋ ਲੰਮੀ ਰਾਤ ਹੋਣ ਕਰਕੇ ਸਿਆਲੀ ਰਾਤ ਹੈ, ਭੁੱਖ ਲੱਗੀ ਹੋਣੀ ਆ। ਮਾਤਾ ਜੀ ਨੂੰ ਇੱਕਦਮ ਇਹ ਮਮਤਾ ਆ ਗਈ। ਦਦ ਸੋ ਅਸਨ ਦੀਨ ਹਿਤ ਖਾਨੇ। ਮਾਤਾ ਜੀ ਨੇ ਦਹੀਂ ਦੇ ਨਾਲ ਚਾਵਲ ਲਿਆਂਦੇ, ਉਹ ਛਕਣ ਵਾਸਤੇ ਦਿੱਤੇ। ਜਿਉ ਆਗੇ ਜਾਣੇ ਤਿਉ ਜਾਣੇ। ਜਿਵੇਂ ਪਹਿਲਾਂ ਜਾਣਦੇ ਸੀ ਵੀ ਮੇਰਾ ਪੁੱਤ ਹੈ, ਹੁਣ ਵੀ ਉਸੇ ਤਰ੍ਹਾਂ ਹੀ ਜਾਣਦੇ ਨੇ ਵੀ ਮੇਰਾ ਪੁੱਤਰ ਹੈ। ਜੋ ਅੰਮ੍ਰਿਤ ਵੇਲੇ ਹੋਇਆ, ਰਾਤ ਨੂੰ ਸੁਪਨਾ ਵੇਖਿਆ ਜਾਂ ਜੋ ਜਾਗਦਿਆਂ ਵੇਖਿਆ, ਉਹ ਸਭ ਕੁਝ ਮਾਤਾ ਜੀ ਨੂੰ ਭੁੱਲ ਗਿਆ ਹੈ। ਦੋਹਰਾ ਅਸਨ ਸਦਨ ਤੇ ਅਚਵ ਕੈ ਮਿਲੇ ਬਾਲ ਜੈ ਜਾਲ। ਜਦੋਂ ਵਾਹਵਾ ਦਿਨ ਚੜ ਗਿਆ, ਭੋਜਨ ਛਕ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਫਿਰ ਭੱਜ ਕੇ ਪਲੰਗੇ ਤੋਂ ਥੱਲੇ ਚਲੇ ਗਏ। ਬਾਹਰ ਬਾਲਕਾਂ ਵਿੱਚ, ਬੱਚਿਆਂ ਵਿੱਚ ਜਾ ਕੇ ਖੇਡਣ ਲੱਗੇ। ਪਦ ਨੂੰ ਪਰ ਕਟ ਕਿੰਕਨੀ ਹੋਵਤ ਸ਼ਬਦ ਬਿਸਾਲ। ਸਾਹਿਬ ਦੇ ਚਰਨਾਂ ਦੇ ਵਿੱਚ ਨਾ ਮਾਂ ਨੇ ਕੰਗਣ ਪਾਏ ਹੋਏ, ਮਾਂ ਤ੍ਰਿਪਤਾ ਨੇ। ਜਦੋਂ ਪਾਤਸ਼ਾਹ ਦੌੜਦੇ ਆ ਤੇ ਪੈਰਾਂ ਦੇ ਵਿੱਚ ਪਾਏ ਕੰਗਣ ਖੜਕਦੇ ਆ। ਲੱਕ ਦੇ ਨਾਲ ਮਹਾਰਾਜ ਜੀ ਦੇ ਤੜਾਗੀ ਬੱਧੀ ਆ ਤੇ ਤੜਾਗੀ ਨਾਲ ਨਿੱਕੇ ਨਿੱਕੇ ਘੁੰਗਰੂ ਜੇ ਲਟਕਦੇ ਆ। ਜਦੋਂ ਚੱਲਦੇ ਆ ਤੇ ਉਹ ਤੜਾਗੀ ਦੇ ਨਾਲ ਜਿਹੜੇ ਘੁੰਗਰੂ ਨੇ, ਉਹਨਾਂ ਵਿੱਚੋਂ ਵੀ ਆਵਾਜ਼ ਸੁਣਾਈ ਦਿੰਦੀ ਹੈ ਤੇ ਜਗਿਆਸੂਆਂ ਨੂੰ ਆਵਾਜ਼ ਸੁਣਾਈ ਦਿੰਦੀ ਹੈ, ਸਤ ਕਰਤਾਰ, ਸਤ ਕਰਤਾਰ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਲਕਾਂ ਵਿੱਚ ਬਾਲ ਲੀਲਾ ਕਰਦੇ ਹਨ। ਜੋ ਪਈ ਵਿਚਰੇ ਖੇਲਨ ਮੈਂ ਅਨੁਰਾਗੇ। ਮਹਾਰਾਜ ਜੀ ਬੜੇ ਪ੍ਰੇਮ ਨਾਲ ਬੱਚਿਆਂ ਨਾਲ ਖੇਡਦੇ ਹਨ। ਭਾਗੇ ਭਾਗੇ ਬਾਲ ਸੁਭਾਗੇ। ਜਦੋਂ ਸਤਿਗੁਰੂ ਭਜਦੇ ਆ ਤੇ ਪਿੱਛੇ ਪਿੱਛੇ ਬੱਚੇ ਭਜਦੇ ਆ, ਉਹ ਭਾਗਾਂ ਵਾਲੇ ਬੱਚੇ ਸੁਭਾਗੇ। ਉਹ ਜਿਹੜੇ ਬਾਲਕ ਮਹਾਰਾਜ ਜੀ ਨਾਲ ਪਿੱਛੇ ਪਿੱਛੇ ਭਜਦੇ ਆ, ਉਹ ਬੜਿਆਂ ਭਾਗਾਂ ਵਾਲੇ ਨੇ, ਸੁਭਾਗੇ ਹਨ। ਥਿਰ ਹੋਵਤ ਥਿਤ ਹੋਵੇ ਸਾਰੇ। ਮਹਾਰਾਜ ਜੀ ਭਜਦੇ, ਉਹ ਵੀ ਭਜ ਪੈਂਦੇ। ਜੇ ਸਤਿਗੁਰੂ ਜੀ ਖਲੋ ਜਾਂਦੇ ਤੇ ਉਹ ਵੀ ਖਲੋ ਜਾਂਦੇ। ਬੈਸੇ ਬੈਸ ਜਾਈ ਇੱਕ ਬਾਰੇ। ਤੇ ਜੇ ਮਹਾਰਾਜ ਜੀ ਬੈਠ ਜਾਂਦੇ ਤੇ ਉਹ ਵੀ ਆਲੇ ਦੁਆਲੇ ਘੇਰਾ ਪਾ ਕੇ ਸਤਿਗੁਰਾਂ ਦੇ ਬਹਿ ਜਾਂਦੇ। ਨਾਨਕ ਆਨਨ ਪਨੇ ਕਹਾਣੀ। ਗੁਰੂ ਨਾਨਕ ਸਾਹਿਬ ਜੀ ਜਦੋਂ ਬਹਿ ਜਾਂਦੇ ਤੇ ਮੁੱਖੋਂ ਕਹਾਣੀਆਂ ਸੁਣਾਉਂਦੇ ਬੱਚਿਆਂ ਨੂੰ, ਨਾਲ ਦੇ ਆਣੀਆਂ ਨੂੰ। ਆਪਣੇ ਮੁੱਖੋਂ ਮਹਾਰਾਜ ਜੀ ਕਹਾਣੀਆਂ ਵੀ ਪਰਮੇਸ਼ਰ ਦੀਆਂ ਸੁਣਾਉਂਦੇ, ਅਕਾਲ ਪੁਰਖ ਦੇ ਘਰ ਦੀਆਂ ਕਥਾ ਕਹਾਣੀਆਂ ਸੁਣਾਉਂਦੇ। ਭਗਤ ਬਿਰਾਗ ਵਿਖੇ ਜੋ ਸਾਨੀ। ਇਹੋ ਜੀਆਂ ਕਥਾਵਾਂ ਸੁਣਾਉਂਦੇ ਮਹਾਰਾਜ ਜੀ ਜਿਨ੍ਹਾਂ ਵਿੱਚ ਭਗਤੀ ਹੈ, ਜਿਨ੍ਹਾਂ 'ਚ ਵੈਰਾਗ ਹੈ। 5 ਸਾਲ ਦੀ ਹਾਲੇ ਉਮਰ ਹੈ ਤੇ ਬੱਚਿਆਂ ਵਿੱਚ ਬਹਿ ਜਾਂਦੇ, ਬਹਿ ਕੇ ਫਿਰ ਕਥਾ ਕਰਦੇ। ਬਾਲਕ ਕਹਿੰਦੇ ਮਹਾਰਾਜ ਜੀ, ਨਾਨਕ ਜੀ ਸਾਨੂੰ ਬਚਨ ਸੁਣਾਓ। ਸਤਿਗੁਰੂ ਜੀ ਬੜੇ ਪਿਆਰੇ ਪਿਆਰੇ ਬਚਨ ਸੁਣਾਉਂਦੇ, ਕਥਾ ਦੇ ਨਾਲ ਭਿੱਜੇ ਹੋਏ, ਵਾਹਿਗੁਰੂ ਦੀ ਭਗਤੀ ਦੇ ਰੰਗ ਦੇ ਵਿੱਚ ਰੰਗੇ ਹੋਏ, ਗਿਆਨ ਤੇ ਵਿਰਾਗ ਨਾਲ ਮਿਲੇ ਹੋਏ ਬੋਲ। ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹੋ ਆਪ ਜੀ ਨਾ,
ਉਹ ਅੰਮ੍ਰਿਤ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਦੇ ਹਨ। ਸ਼੍ਰਵਣ ਮਨਨ ਕਰੇ ਨਿਧ ਆਸਾ। ਉਹ ਬਾਲ ਵੀ ਕੋਈ ਸਧਾਰਨ ਬਾਲ ਥੋੜੀ ਨੇ, ਉਹ ਵੀ ਜਾਣਦੇ ਨੇ ਸਤਿਗੁਰਾਂ ਬਾਰੇ। ਉਹਨਾਂ ਦੀ ਵੀ ਤਪੱਸਿਆ ਸੀ। ਸਤਿਗੁਰਾਂ ਦੇ ਬਚਨ ਸੁਣ ਕੇ ਤੇ ਮੰਨਦੇ ਆ, ਮੰਨ ਕੇ ਫਿਰ ਉਹਨਾਂ ਦੀ ਕਮਾਈ ਕਰਦੇ ਆ, ਨਿਧਿਆਸਣ ਕਰਦੇ ਆ। ਸਰਵਣ, ਮਨਨ ਤੇ ਨਿਧਿਆਸਣ 3 ਪੜਾਅ ਨੇ। ਇਹਨਾਂ ਤਿੰਨਾਂ ਤੋਂ ਬਾਅਦ ਫਿਰ ਚੌਥੀ ਅਵਸਥਾ ਦਾ ਜਿਹੜਾ ਬੋਧ ਹੈ ਉਹ ਹੁੰਦਾ, ਉਹਨੂੰ ਕਹਿੰਦੇ ਆ ਸਾਖਸ਼ਾਤਕਾਰ। 4 ਪੌੜੀਆਂ ਸੁਣਨ ਦੀਆਂ ਨੇ, 4 ਮੰਨਣ ਦੀਆਂ ਨੇ, 1 ਨਿਧਿਆਸਣ ਦੀ ਹੈ। ਤੇ ਨਿਧਿਆਸਣ ਤੋਂ ਬਾਅਦ ਜਦੋਂ ਪੰਚ ਪ੍ਰਵਾਨ ਪੰਚ ਪ੍ਰਧਾਨ ਪੜ੍ਹਦੇ ਆ, ਨਿਧਿਆਸਣ ਦੀ ਹੈ। ਉਸ ਤੋਂ ਬਾਅਦ ਫਿਰ ਸਾਖਸ਼ਾਤਕਾਰ ਦੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਏਦਾਂ ਮਹਾਰਾਜ ਜੀ ਦੇ ਬਚਨ ਸੁਣਦੇ ਮੰਨਦੇ ਤੇ ਕਮਾਈ ਕਰਦੇ ਹਨ। ਉਨ ਸੁਨਨੇ ਕੀ ਵਦੇ ਪਿਆਸਾ। ਹੋਰ ਸੁਣਨ ਦੀ ਪਿਆਸ ਵੱਧਦੀ, ਸੁਣ ਸੁਣ ਕੇ ਹੋਰ ਸੁਣਨ ਦੀ ਇੱਛਾ ਹੁੰਦੀ। ਗਿਰਾ ਸੁਗੰਧ ਬਦਨ ਅਰਬਿੰਦਾ। ਮਹਾਰਾਜ ਜੀ ਦਾ ਕਮਲ ਜੈਸਾ ਮੁਖੜਾ ਹੈ ਤੇ ਗੁਰਦੇਵ ਦੇ ਕਹੇ ਹੋਏ ਵਾਕ ਉਹ ਕਮਲ ਵਿੱਚੋਂ ਆਉਣ ਵਾਲੀ ਸੁਗੰਧੀ ਹੈ। ਜੁਗਤ ਯੁਕਤ ਸੁੰਦਰ ਮਕਰੰਦਾ। ਜਿਹੜੀਆਂ ਉਹਦੇ ਚ ਜੁਗਤੀਆਂ ਤੇ ਉਕਤੀਆਂ ਨੇ, ਉਹ ਕਮਲ ਦੇ ਫੁੱਲ ਦੇ ਉੱਤੇ ਲੱਗਾ ਹੋਇਆ ਮਕਰੰਦ ਪਰਾਗ ਹੈ। ਬਾਲ ਬ੍ਰਿੰਦ ਸਮ ਭਏ ਮਲਿੰਦਾ। ਔਰ ਉਹ ਜਿੰਨੇ ਬਾਲਕ ਨੇ ਉਹ ਭਵਰੇ ਬਣੇ ਹੋਏ ਉਹਨਾਂ ਸ਼ਬਦਾਂ ਦਾ ਆਨੰਦ ਮਾਣਦੇ ਹਨ। ਸ਼੍ਰਵਨ ਕਰੇ ਅਗਾਤੇ ਆਨੰਦਾ। ਕੰਨਾਂ ਨਾਲ ਸੁਣਦੇ ਤੇ ਮਨ ਚ ਰੱਜ ਜਾਂਦੇ ਆ, ਤ੍ਰਿਪਤ ਹੋ ਕੇ ਆਨੰਦ ਚ ਚਲੇ ਜਾਂਦੇ ਹਨ। ਦੋਹਰਾ ਆਵਤ ਜਾਵਤ ਮਨੁਜ ਕੋ ਸੁਨਤ ਠਾਂਡ ਹੋਏ ਜਾਏ। ਆਉਂਦਿਆਂ ਜਾਂਦਿਆਂ ਮਨੁੱਖ ਜਦੋਂ ਮਹਾਰਾਜ ਜੀ ਦੇ ਬਚਨ ਸੁਣਦੇ ਐ, ਸੁਣ ਕੇ ਉਹ ਵੀ ਖਲੋ ਜਾਂਦੇ ਆ, ਰੁਕ ਜਾਂਦੇ ਵੀ ਕੀ ਬਚਨ ਕਰਦੇ। ਜਦੋਂ ਸੁਣਦੇ ਤੇ ਹੱਕੇ ਬੱਕੇ ਰਹਿ ਜਾਂਦੇ, ਹੈਰਾਨੀ ਦੇ ਵਿੱਚ ਆ ਕੇ ਫਿਰ ਸੁਣਦੇ ਹਨ। ਪੰਡਤ ਸੇ ਮਧੁਰੇ ਲਗੇ ਕੀਰਤ ਬਦਨ ਆਲਾਏ। ਕਹਿੰਦੇ ਜਿਵੇਂ ਕੋਈ ਬੜਾ ਮਹਾ ਪੰਡਤ ਬੋਲ ਰਿਹਾ ਹੋਵੇ, ਏਦਾਂ ਮਹਾਰਾਜ ਜੀ ਬਚਨ ਕਰਦੇ, ਬੜੇ ਮਿੱਠੇ ਬੋਲ। ਤੇ ਜਿਹੜੇ ਸੁਣਦੇ ਨੇ ਉਹ ਸੁਣ ਕੇ ਸਤਿਗੁਰਾਂ ਦੀ ਕੀਰਤੀ ਕਰਦੇ ਹਨ। ਚੋਪਈ ਇਹ ਬਾਲਕ ਕੈਸੇ ਬਚ ਬੋਲੇ। ਹੈਰਾਨੀ ਨਾਲ ਕਹਿੰਦੇ ਬਾਲਕ ਕੈਸਾ ਹੈ, ਕੈਸੇ ਬਚਨ ਬੋਲਦਾ ਛੋਟੀ ਉਮਰ ਵਿੱਚ। ਬਾਲ ਬੈਸਿਆ ਬੋਲੇ ਅਮੋਲੇ। ਛੋਟੀ ਉਮਰ ਇੰਨੇ ਅਮੋਲਕ ਬੋਲ, ਇਤਨੇ ਅਮੋਲਕ ਬਚਨ ਬੋਲਦੇ ਹਨ। ਚੰਦ ਬਦਨ ਤੇ ਸੁਦਾ ਸਮਾਨੀ। ਚੰਦਰਮਾ ਜੈਸੇ ਸੋਹਣੇ ਮੁਖ ਤੋਂ ਅੰਮ੍ਰਿਤ ਰੂਪੀ ਬੋਲ ਬੋਲਦੇ ਨੇ ਮਹਾਰਾਜ। ਆਮ ਕਰਕੇ ਨਾ ਕਈ ਵੀਰ ਜਿਹੜੇ ਸਤਿਗੁਰਾਂ ਨੂੰ, ਮੈਂ ਆਲੋਚਨਾ ਵਾਲੇ ਪਾਸੇ ਜਾ ਰਿਹਾ ਹਾਂ, ਕਥਾ ਤੋਂ ਪਾਸੇ ਹਟ ਕੇ, ਕਿਉਂਕਿ ਕਥਾ ਆਲੋਚਨਾ ਨਹੀਂ ਹੁੰਦੀ ਤੇ ਆਲੋਚਨਾ ਕਥਾ ਨਹੀਂ ਹੁੰਦੀ। ਪਰ ਬਚਨ ਚੇਤੇ ਆ ਗਿਆ, ਕਹਿਣਾ ਵੀ ਜ਼ਰੂਰੀ ਹੈ। ਉਹ ਕਹਿੰਦੇ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਸਾਡੇ ਵਰਗੇ, ਜਿਵੇਂ ਅਸੀਂ ਮਨੁੱਖਾਂ ਸਾਡੇ ਵਾਂਗੂ ਸੀ। ਜਦੋਂ 25-26 ਸਾਲ ਦੇ ਹੋਏ ਉਦੋਂ ਉਹਨਾਂ ਨੇ ਉਪਦੇਸ਼ ਦੇਣਾ ਸ਼ੁਰੂ ਕੀਤਾ। ਪਹਿਲਾਂ ਤਾਂ ਉਹ ਬੱਚੇ ਹੀ ਸੀਗੇ ਜੀ। ਫਿਰ ਉਹਨਾਂ ਵਾਸਤੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਗੁਰੂ ਹੋਣਗੇ ਹੀ ਨਹੀਂ, ਜਿਹੜੇ ਅੱਜ ਦੇ ਦਿਨ 5 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਬੈਠੇ। ਫਿਰ ਤਾਂ ਇਹੀ ਕਹਿਣਗੇ ਨਾ ਉਹ, ਖਾਲਸਾ ਜੀ ਇਦਾਂ ਦੇ ਨਿਰਮੂਲ ਸ਼ੰਕੇ ਜਿਹੜੇ ਨੇ ਉਹ ਨਹੀਂ ਕਰਨੇ ਚਾਹੀਦੇ ਜੀਵਾਂ ਨੂੰ। ਸਤਿਗੁਰੂ ਜੀ ਤਾਂ 5 ਸਾਲ ਦੀ ਉਮਰ 'ਚ ਹੀ ਗੁਰੂ ਨਾਨਕ ਸਾਹਿਬ ਜੀਵਾਂ ਦਾ ਭਲਾ ਕਰ ਰਹੇ ਬਚਨ ਕਰਕੇ। ਅੱਗੇ ਕਥਾ ਆਉਣੀ, ਪਾਂਧੇ ਨੂੰ ਉਪਦੇਸ਼ ਦੇਣਾ 6 ਸਾਲਾਂ ਦੀ ਉਮਰ 'ਚ। ਤੋ ਪਾਤਸ਼ਾਹ ਜੀ ਦਾ ਕੋਈ ਉਮਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਾਂ ਉਹਨਾਂ ਦੀ ਮਾਨਵੀ ਲੀਲਾ ਦਾ ਠਾਠ ਹੈ। ਆਪ ਅਕਾਲ ਪੁਰਖ ਨੇ, ਪਰ ਉਹਨਾਂ ਨੇ ਸਾਨੂੰ ਸਮਝਾਉਣ ਲਈ ਮਾਨਵੀ ਲੀਲਾ ਦਾ ਸਾਰਾ ਨਾਟਕ ਰਚਿਆ ਹੋਇਆ। ਉਹ ਤਾਂ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਰ ਨੂੰ, ਨਾ ਸਰੀਰਾਂ ਦੇ ਮੁਤਾਜ ਨਹੀਂ ਹਨ ਉਹ। ਪਰ ਸਾਨੂੰ ਕਿਵੇਂ ਸਮਝ ਪੈਣੀ ਸੀ? ਸਾਨੂੰ ਸਮਝਾਉਣ ਲਈ ਗੁਰਦੇਵ ਨੇ ਤਰਸ ਕੀਤਾ। ਤੋ ਸਤਿਗੁਰੂ ਜੀ ਜਦੋਂ ਬੋਲਦੇ ਐ, ਕਥਾ ਕਰਦੇ ਤੇ ਸੁਣਨ ਵਾਲੇ ਹੈਰਾਨ ਹੁੰਦੇ ਵੀ 5 ਸਾਲ ਦੀ ਉਮਰ 'ਚ ਬੱਚਾ ਮਹਾਂਪੰਡਤਾਂ ਵਾਲੇ ਬੋਲ ਬੋਲਦਾ ਹੈ।
ਬੜੇ ਅਲੌਕਿਕ ਤੇ ਅਨੂਠੇ ਬੋਲ ਹਨ। ਸ਼ਰੁਤ ਦਰ ਪਾਨਦ ਬੋਲਤ ਬਾਣੀ, ਜਿਹੜਾ ਸੁਣਦਾ ਹੈ ਕੰਨਾਂ ਦੇ ਦੁਆਰਾ ਅੰਮ੍ਰਿਤ ਪਾਨ ਕਰਦਾ ਹੈ। ਲਗੀ ਸੁਨ ਕੀ ਪ੍ਰੀਤ ਕਨੇਰੀ, ਜਿੰਨੇ ਬੱਚੇ ਸਨ ਨਨਕਾਣਾ ਸਾਹਿਬ ਦੇ ਤਲਵੰਡੀ ਦੇ ਰਹਿਣ ਵਾਲੇ, ਉਹਨਾਂ ਦੀ ਪ੍ਰੀਤ ਪੈ ਗਈ ਮਹਾਰਾਜ ਜੀ ਦੇ ਨਾਲ। ਉਹ ਸਤਿਗੁਰਾਂ ਦਾ ਸੰਗ ਨਹੀਂ ਛੱਡਦੇ। ਸੰਗ ਨ ਤਜੇ ਰਹੇ ਮੁਖ ਹੇਰੀ, ਮਹਾਰਾਜ ਜੀ ਦਾ ਸੰਗ ਨਹੀਂ ਛੱਡਦੇ। ਗੁਰਦੇਵ ਦਾ ਮੁਖ ਮੰਡਲ ਵੇਖਦੇ ਰਹਿੰਦੇ, ਪਾਤਸ਼ਾਹ ਤੋਂ ਦੂਰ ਨਹੀਂ ਜਾਂਦੇ। ਸਦਨ ਆਏ ਜਬ ਦੀਨਾਨਾਥ, ਜਦੋਂ ਦੀਨਾਨਾਥ ਸਤਿਗੁਰੂ ਜੀ ਘਰ ਵਿੱਚ ਆਏ, ਸਿਸ ਨੇ ਤਜੇ ਰਹੇ ਹਿਤ ਸਾਥੂ। ਉਹ ਬੱਚੇ ਘਰੋਂ ਵੀ ਨਹੀਂ ਜਾਂਦੇ ਮਹਾਰਾਜ ਜੀ ਦਾ ਸੰਗ ਛੱਡ ਕੇ, ਕਹਿੰਦੇ ਜੀ ਅਸੀਂ ਤਾਂ ਇੱਥੇ ਵੀ ਨਾਲ ਰਹਿਣਾ। ਸਤਿਗੁਰਾਂ ਦੇ ਦਰਸ਼ਨ ਕਰੀ ਜਾਂਦੇ ਹਨ। ਬਾਹਰ ਚਲਤੇ ਉਹ ਸੰਗ ਸਿਧਾਰੇ, ਜਦੋਂ ਘਰੋਂ ਬਾਹਰ ਜਾਂਦੇ ਤੇ ਪਿੱਛੇ ਪਿੱਛੇ ਬਾਹਰ ਨਾਲ ਚੱਲ ਪੈਂਦੇ। ਇਸ ਬਿਦ ਨਿਤ ਪ੍ਰਦ ਸੁਖਦ ਬਿਹਾਰੇ, ਇਦਾਂ ਬੜੇ ਸੁੱਖ ਨਾਲ ਮਹਾਰਾਜ ਜੀ ਵਿਚਰਦੇ ਹਨ। ਸਵੱਛ ਬਚ ਛੇ ਮੋ ਚਿਤ ਬਾਲਾ, ਔਰ ਉਹ ਬੜੇ ਸਵੱਛ ਬਾਲਕ ਨੇ ਜਿਹੜੇ ਮੁਕਤੀ ਦੇ ਅਧਿਕਾਰੀ ਹਨ। ਕਰੇ ਪਤਾ ਬਣਾ ਦਿੱਤਾ ਦਇਆ ਕਰਕੇ। ਦੋਹਰਾ ਲੀਲਾ ਬਾਲਕ ਖੇਲ ਕੀ, ਸਾਲੰਕਾਰ ਸਬਿਸਾ ਬਿਲਾਸ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਲ ਲੀਲਾ ਹੈ, ਅਲੰਕਾਰਾਂ ਸਹਿਤ ਸਾਬਿਲਾਸਾਂ ਦੇ ਸਹਿਤ। ਜੋ ਸਿੱਖ ਤਰਹੀ ਧਿਆਨ ਕੋ, ਦੇ ਸਤਿਗੁਰ ਸੁਖ ਰਾਸ। ਇਹ ਜਿਹੜੀ ਕਥਾ ਆਪ ਜੀ ਸੁਣ ਰਹੇ ਹੋ, ਬਾਲ ਲੀਲਾ ਦੀ ਕਥਾ ਹੈ ਸਤਿਗੁਰਾਂ ਦੀ। ਇਹ ਅਲੰਕਾਰਾਂ ਦੇ ਸਹਿਤ, ਬਿਲਾਸਾਂ ਦੇ ਸਹਿਤ ਜੋ ਕਥਨ ਕੀਤੀ ਹੈ, ਮਾਂ ਕਵੀ ਜੀ ਕਹਿੰਦੇ, ਭਾਈ ਬਾਲਾ ਜੀ ਕਹਿੰਦੇ, ਜਿਹੜਾ ਸੁਣੇਗਾ ਗੁਰੂ ਸਾਹਿਬ ਜੀ ਦੀ ਇਸ ਕਥਾ ਨੂੰ, ਉਹਨੂੰ ਸਾਰੇ ਸੁੱਖਾਂ ਦੀ ਰਾਸ ਪੂੰਜੀ ਪ੍ਰਾਪਤ ਹੋਵੇਗੀ ਤੇ ਇਸ ਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਸਵਈਆ ਸੁੰਦਰ ਸ਼੍ਰੀ ਅਰਬਿੰਦ ਬਨੀ, ਗੁਰ ਕੀਰਤੇ ਆਨੰਦ ਬ੍ਰਿੰਦ ਜਾਈ। ਇਹ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ ਨਾ, ਇਹ ਸੁੰਦਰ ਕਮਲ ਦੇ ਫੁੱਲਾਂ ਦੀ ਬਗੀਚੀ ਹੈ। ਅਰਬਿੰਦ ਬਨੀ ਗੁਰ ਕੀਰਤੇ ਆਨੰਦ ਬ੍ਰਿੰਦ ਜਾਈ। ਇਹ ਗੁਰੂ ਨਾਨਕ ਸਾਹਿਬ ਦੀ ਕੀਰਤੀ ਦੀ ਫੁੱਲਾਂ ਦੀ ਬਗੀਚੀ ਹੈ, ਜੋ ਬੜੀ ਆਨੰਦਮਈ ਹੈ। ਆਨੰਦ ਜਈ, ਇਹ ਆਨੰਦ ਨੂੰ ਪੈਦਾ ਕਰਨ ਵਾਲੀ ਹੈ। ਜਿਹੜਾ ਸੁਣੇਗਾ ਇਸ ਕੀਰਤੀ ਨੂੰ, ਗੁਰੂ ਨਾਨਕ ਸਾਹਿਬ ਦੀ ਨੂੰ, ਭਾਈ ਉਹਨਾਂ ਦੇ ਹਿਰਦਿਆਂ 'ਚ ਆਨੰਦ ਉਤਪੰਨ ਹੋਵੇਗਾ। ਮੰਜੁਲ ਰੂਪ ਮਰਾਲ ਨੇ ਉਜਲ, ਸਾਰਦ ਸ਼ੋਭਤ ਨਿਤ ਨਾਈ। ਏਦਾਂ ਕਹਿ ਲਈਏ, ਚਿੱਟੇ ਰੰਗ ਦੇ ਮੰਜਲ ਫੁੱਲਾਂ ਦੀ ਕਹਿੰਦੇ ਮਨ ਨੂੰ ਇਹ ਲੁਭਾਉਣ ਵਾਲੇ ਉਜਵਲ ਕਮਲ ਦੇ ਫੁੱਲਾਂ ਦੀ ਮੁੱਠ ਹੈ ਗੁਰੂ ਸਾਹਿਬ ਜੀ ਦੀ ਕੀਰਤੀ। ਸ਼ਾਰਦਾ ਵਾਂਗੂ ਕਹਿੰਦੇ ਉਜਵਲ ਰੰਗ ਵਾਲੀ ਨਿਤ ਹੀ ਨਵੀਂ ਹੈ ਗੁਰੂ ਸਾਹਿਬ ਜੀ ਦੀ ਕੀਰਤੀ, ਕਦੇ ਪੁਰਾਣੀ ਲੱਗਦੀ ਆ ਭਲਾ? ਇਹ ਕਥਾ ਆਪ ਜੀ ਨੇ ਸੁਣੀ ਹੈ ਨਾ ਪਹਿਲੋਂ, ਅੱਜ ਸੁਣ ਰਹੇ ਹੋ, ਕਦੇ ਇਦਾਂ ਲੱਗਦਾ ਵੀ ਇਹ ਪੁਰਾਣੀ ਹੋ ਗਈ ਹੈ? ਗੁਰੂ ਸਾਹਿਬ ਜੀ ਦੀ ਇਹ ਕੀਰਤੀ ਨਿਤੀ ਨਈ ਹੈ, ਨਿਤ ਹੀ ਨਵੀਂ ਹੈ। ਜੇ ਗੁਣ ਗ੍ਰਾਹ ਗੁਨੀ ਅਲ ਕੰਦਲ, ਪ੍ਰੀਤ ਸੁਗੰਧ ਕੀ ਚੀਤ ਪਾਈ। ਜਿਹੜੇ ਗੁਣ ਗ੍ਰਾਹੀ ਨੇ, ਗੁਰੂ ਸਾਹਿਬ ਜੀ ਦੀ ਕਥਾ ਚੋਂ ਗੁਣ ਗ੍ਰਹਿਣ ਕਰਨ ਵਾਲੇ ਨੇ, ਉਹ ਕਮਲ ਦੇ ਫੁੱਲਾਂ ਵਿੱਚੋਂ ਭਵਰਿਆਂ ਵਾਂਗੂ ਸੁਗੰਧੀ ਲੈਣ ਵਾਲੇ ਨੇ। ਗੁਰੂ ਸਾਹਿਬ ਜੀ ਦੀ ਕਥਾ ਸੁਣ ਕੇ ਗੁਣਾਂ ਨੂੰ ਗ੍ਰਹਿਣ ਕਰਦੇ ਆ ਜਿਹੜੇ ਸਿੱਖ ਨੇ, ਉਹ ਭਵਰੇ ਨੇ। ਤੇ ਭਵਰਾ ਜਿਵੇਂ ਕਮਲ ਦੇ ਫੁੱਲ ਦੀ ਸੁਗੰਧੀ ਲੈਂਦਾ ਹੈ, ਏਦਾਂ ਸੁਣਨ ਵਾਲੀ, ਕਥਾ ਸੁਣਨ ਵਾਲੇ ਜਿਹੜੇ ਸਰੋਤੇ ਨੇ, ਉਹ ਭਵਰੇ ਨੇ। ਔਰ ਗੁਰੂ ਨਾਨਕ ਸਾਹਿਬ ਦੀ ਕੀਰਤੀ ਦੇ ਫੁੱਲਾਂ ਦੇ ਇਸ ਬਗੀਚੇ ਚੋਂ ਸ਼ੁਭ ਗੁਣਾ ਰੂਪੀ ਸੁਗੰਧੀ ਨੂੰ ਗ੍ਰਹਿਣ ਕਰਦੇ ਹਨ। ਹਾਂਜੀ। ਜਾਚਤ ਹੋ ਕਰ ਜੋਰ ਨੀ ਹੋਰ। ਮੈਂ ਹੱਥ ਜੋੜ ਕੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਤਰਲਾ ਕਰਦਾ ਹਾਂ, ਮਾਨਸ ਮੇਰੇ ਮੋਹ ਥਿਰਈ। ਮਹਾਰਾਜ ਤੁਹਾਡੀ ਇਹ ਕੀਰਤੀ, ਤੁਹਾਡਾ ਇਹ ਜਸ, ਤੁਹਾਡੀ ਇਹ ਕਥਾ, ਤੁਹਾਡੀ ਇਹ ਮਹਿਮਾ ਮੇਰੇ ਮਨ ਦੇ ਵਿੱਚ ਟਿਕ ਜਾਵੇ, ਮੇਰੇ ਮਨ 'ਚ ਇਹਦਾ ਘਰ ਹੋ ਜਾਏ। ਤੁਹਾਡੀ ਕੀਰਤੀ
ਮੇਰੇ ਮਨ ਰੂਪੀ ਹਿਰਦੇ ਰੂਪੀ ਘਰ ਦੇ ਵਿੱਚ ਵਸ ਜਾਵੇ। ਚਿੱਤਰ ਪਦਾ ਚੰਦ ਯਾ ਬਿਦ ਖੇਲਤ ਬਾਲਕ ਸੋ। ਇਸ ਤਰ੍ਹਾਂ ਬਾਲਕਾਂ ਨਾਲ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਖੇਡਦੇ ਹਨ। ਮਿਲ ਬੋਲਤ ਬੋਲ ਬਿਲਾਸ ਬਿਸਾਲ। ਔਰ ਬੱਚਿਆਂ ਨਾਲ ਮਿਲ ਕੇ ਉਹਨਾਂ ਨਾਲ ਗੱਲਾਂ ਕਰਦੇ, ਬੋਲ ਬੋਲਦੇ, ਬੱਚੇ ਵੀ ਅੱਗੋਂ ਸਵਾਲ ਕਰਦੇ ਤੇ ਸਤਿਗੁਰੂ ਜਵਾਬ ਦਿੰਦੇ। ਭੂਖਿਤ ਭੂਖਨ ਸੋ ਬਿਨ ਦੁਖਨ। ਸੋਹਣੇ ਗਹਿਣਿਆਂ ਭੂਸ਼ਣਾ ਸਹਿਤ ਬਿਨਾਂ ਦੋਸ਼ਾਂ ਤੋਂ। ਖੋਤ ਕਲੂਖਨ ਦੀਨ ਦਿਆਲ। ਸਤਿਗੁਰੂ ਜੀ ਅਨੇਕਾਂ ਜੀਵਾਂ ਦੇ ਕਲੂਖ ਪਾਪ ਦੀਨਾਂ ਤੇ ਦਇਆ ਕਰਕੇ ਦੂਰ ਕਰਦੇ ਹਨ। ਪੂਰ ਬਿਦੂਖ ਬਿਦੂਖਨ ਮੈਂ ਤਰ। ਔਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਦੋਸ਼ਾਂ ਤੋਂ ਰਹਿਤ ਹਨ। ਜਿਹੜਾ ਆਉਂਦਾ ਮਹਾਰਾਜ ਜੀ ਦੀ ਸ਼ਰਨ ਚੋਂ ਵੀ ਦੋਸ਼ਾਂ ਤੋਂ ਰਹਿਤ ਹੋ ਜਾਂਦਾ ਹੈ। ਰੂਖਨ ਕੇ ਕਬ ਰਾਜਤ ਸਾਲ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਘਰ ਦੇ ਵਿੱਚ ਕਦੇ ਬਿਰਾਗਦੇ ਨੇ, ਕਦੇ ਬਾਹਰ ਜਾ ਕੇ ਖੇਡਦੇ ਹਨ। ਬਾਲ ਰਹੇ ਅਲ ਬਾਲਤ ਜਾਲ। ਜਿੰਨੇ ਬਾਲਕ ਨੇ ਤਲਵੰਡੀ ਦੇ ਸਾਰੇ ਮਹਾਰਾਜ ਜੀ ਦੇ ਆਲੇ ਦੁਆਲੇ ਰਹਿੰਦੇ ਹਨ। ਬਿਲੋਕਤ ਲੋਚਨ ਹੋਤ ਨਿਹਾਲ। ਜਿਹੜਾ ਮਹਾਰਾਜ ਜੀ ਦੇ ਦਰਸ਼ਨ ਕਰਦਾ ਨਿਹਾਲ ਹੋ ਜਾਂਦਾ ਹੈ। ਪਾਤਸ਼ਾਹ ਦੇ ਦੀਦਾਰ ਕਰਕੇ ਹੀ ਨਿਹਾਲ ਹੋ ਜਾਂਦਾ ਹੈ। ਐਸਾ ਸੋਹਣਾ ਰੂਪ ਹੈ ਜਗਤ ਗੁਰੂ ਬਾਬਾ ਜੀ ਦਾ। ਮਰ ਹਰੀ ਚੰਦ ਹੀਰਤ ਸੁਤ ਕਾਲੂ ਹਰਖ ਬਿਸਾਲੂ। ਪਿਤਾ ਮਹਿਤਾ ਕਾਲੂ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਦੇ ਮਨ ਵਿੱਚ ਇੱਛਾ ਹੋਈ ਜਦੋਂ ਪੁੱਤਰ ਨੂੰ ਥੋੜਾ ਜਿਹਾ ਤਗੜਾ ਵੇਖਿਆ ਵੀ 6-7 ਸਾਲਾਂ ਦੇ ਹੋ ਗਏ ਨੇ ਤੇ ਮਨ 'ਚ ਬੜੀ ਖੁਸ਼ੀ ਹੋਈ। ਪੜਨੋ ਚਿਤ ਮਨ ਜਾਨ। ਸੋਚਿਆ ਵੀ ਹੁਣ ਨਾਨਕ ਦੀ ਉਮਰ ਪੜਨ ਵਾਲੀ ਹੋ ਗਈ। ਉਦੋਂ 6-7 ਸਾਲਾਂ ਦੇ ਬੱਚਿਆਂ ਨੂੰ ਸਕੂਲਾਂ ਪੜਨ ਪਾਉਂਦੇ ਸਨ। ਤੋ ਕਹਿੰਦੇ 6-7 ਵਰਸ ਦੀ ਉਮਰ ਹੋ ਗਈ ਹੈ, ਹੁਣ ਇਹਦੀ ਪੜਨ ਦੀ ਉਮਰ ਹੈ। ਹਮ ਕਾਜ ਵਿਸ਼ੇਕਾ ਸੀਖੇ ਲੇਖਾ। ਪਟਵਾਰੀਆਂ ਦਾ ਸਾਡਾ ਕੰਮ ਹੁੰਦਾ ਲੇਖਾ ਜੋਖਾ ਹਿਸਾਬ ਕਿਤਾਬ ਜਿਹਾ ਕਰਨਾ, ਮਿਣਤੀਆਂ ਕਰਨੀਆਂ, ਜ਼ਮੀਨਾਂ ਮਿਣਨੀਆਂ, ਜਰੀਬਾਂ ਚਲਾਉਣੀਆਂ। ਉਹ ਗਿਣਤੀਆਂ ਦੀ ਲੋੜ ਹੁੰਦੀ ਹੈ। ਤੇ ਜੇ ਮੇਰਾ ਪੁੱਤ ਇਹ ਕੰਮ ਸਿੱਖ ਲਵੇ ਤੇ ਮੇਰਾ ਵਾਲਾ ਜਿਹੜਾ ਕੰਮ ਹੈ ਅੱਗੋਂ ਇਹ ਸਾਂਭ ਲਵੇਗਾ। ਪਿਤਾ ਪੁਰਖੀ ਧੰਦਾ ਹੈ, ਅੱਗੇ ਇਹਦੇ ਵਿੱਚ ਵੀ ਮੈਨੂੰ ਵੀ ਸੌਖਾ ਹੋ ਜਾਏਗਾ। ਬੈਸ ਅਬੇ ਪਹਿਚਾਨ। ਉਹਦੀ ਉਮਰ ਹੈ ਛੋਟੀ ਤੇ ਛੇਤੀ ਪੜ ਲਏਗਾ, ਛੇਤੀ ਸਿੱਖ ਲਏਗਾ। ਕਾਰੰਗ ਪਟਵਾਰੀ ਗ੍ਰਾਮੇ ਸਾਰੀ। ਜਿਹੜੇ 20 ਪਿੰਡਾਂ ਦੀ ਪਟਵਾਰੀ ਦੀ ਕਿਰਤ ਮੇਰੇ ਕੋਲ ਹੈ, ਉਹ ਫਿਰ ਇਹ ਸਾਂਭ ਲਵੇਗਾ ਤੇ ਮੈਂ ਰੱਬ ਕਰਾਂਗਾ। ਕਰਨੋ ਚਿਤ ਤਬ ਹੋਏ। ਇਹ ਜਦੋਂ ਗਿਣਤੀ ਮਿਣਤੀ ਦੀ ਹਿਸਾਬ ਸਿੱਖ ਲਏਗਾ, ਗਣਿਤ ਸਿੱਖ ਲਏਗਾ ਤੇ ਫਿਰ ਇਹ ਸਾਰਾ ਕੰਮ ਸਾਂਭ ਲਵੇਗਾ। ਪਾਂਦੇ ਪੇ ਬੈਸੇ ਹੌਸੇ। ਤੇ ਜਦੋਂ ਇਹ ਪਾਂਦੇ ਕੋਲ ਜਾਵੇਗਾ, ਇਹਨੂੰ ਪਾਂਦੇ ਗੋਪਾਲ ਕੋਲ ਪਾਵਾਂਗੇ ਪੜਨੇ ਤੇ ਉਹ ਇਹਨੂੰ ਪੜਾਵੇਗਾ ਤੇ ਮੇਰੇ ਵਰਗਾ ਹੋ ਜਾਏਗਾ। ਇਹ ਵੀ ਇਹਨੂੰ ਵੀ ਲੇਖਾ ਜੋਖਾ ਆ ਜਾਏਗਾ। ਸੰਖਿਆ ਨਿਪੁੰਗ ਸੋਏ। ਸਾਡੇ ਪਿੰਡ ਦਾ ਗੋਪਾਲ ਉਹ ਗਣਿਤ ਵਿੱਚ ਬੜਾ ਮਾਸਟਰ ਹੈ। ਗਣਿਤ ਦੇ ਵਿੱਚ ਤਾਂ ਉਹ ਬੜਾ ਵਧੀਆ ਉਸਤਾਦ ਹੈ। ਉਹ ਇਹਨੂੰ ਪੜ੍ਹਾ ਦੇਵੇਗਾ ਸਾਰਾ ਗਣਿਤ। ਬਹੁ ਗੁਣੀ ਅਲਾਵੇਂ। ਗੁਣੀ ਲੋਕ ਕਹਿੰਦੇ ਆ, ਵਿਦਵਾਨ ਲੋਕ ਕਹਿੰਦੇ ਆ ਕਿ ਜਿਹੜਾ ਬਾਪ ਆਪਣੇ ਪੁੱਤਰ ਨੂੰ ਨਾ ਪੜਾਵੇ, ਆਪਣੀ ਸੰਤਾਨ ਨੂੰ ਨਾ ਪੜਾਵੇ, ਸੋ ਸ਼ਤਰੂ ਸਮਤਾਤ। ਜਿਹੜੇ ਮਾਂ-ਬਾਪ ਹੁੰਦੇ ਉਹ ਮਾਂ-ਬਾਪ ਆਪਣੇ ਬੱਚਿਆਂ ਦੇ ਦੁਸ਼ਮਣ ਹੁੰਦੇ ਆ। ਗੁਣੀ ਲੋਕ ਕਹਿੰਦੇ ਆ ਵੀ ਜਿਹੜੇ ਆਪਣੇ ਬੱਚਿਆਂ ਦੀ ਵਿੱਦਿਆ ਦਾ ਪ੍ਰਬੰਧ ਨਹੀਂ ਕਰਦੇ, ਉਹਨਾਂ ਨੂੰ ਪੜਾਉਂਦੇ ਨਹੀਂ, ਉਹ ਮਾਂ-ਬਾਪ ਆਪਣੇ ਬੱਚਿਆਂ ਦੇ ਦੁਸ਼ਮਣ ਹਨ। ਸ਼ੋਭ ਮਤ ਨੇ ਆਵੇ। ਬਿਨਾਂ ਪੜਿਆ ਸੰਸਾਰ ਦੇ ਵਿੱਚ ਸ਼ੋਭਾ ਨਹੀਂ ਪਾਈ ਦੀ, ਅਕਲ ਨਹੀਂ ਆਉਂਦੀ। ਕਿਉਂਕਿ ਪਿਤਾ ਜੀ ਬਹੁਤ ਪੜ੍ਹੇ ਲਿਖੇ ਬੇਦੀ ਸੀ ਨਾ, ਤੋ ਵੇਦੀ ਪੜ੍ਹੇ ਲਿਖੇ ਹੁੰਦੇ ਆ, ਭਾਵੇਂ ਕਿ ਉਹਨਾਂ ਵੇਲਿਆਂ ਦੇ ਹੋਵੇਗਾ, ਪਰ ਉਹ ਚਾਹੁੰਦੇ ਸਨ ਵੀ ਇਹ ਪੜ੍ਹ ਜਾਣ, ਗਣਿਤ ਸਿੱਖ ਲੈਣ। ਤੇ ਸਾਡੇ ਵਾਲਾ ਜਿਹੜਾ ਪਟਵਾਰੀਆਂ ਵਾਲਾ ਕੰਮ ਹੈ, ਮਿਣਤੀਆਂ ਗਿਣਤੀਆਂ ਕਰਨੀਆਂ, ਲੋਕਾਂ ਦੀਆਂ ਕਨਾਲਾਂ ਮਰਲੇ ਮਿਣਨੇ, ਜਾ ਕੇ ਵਿਸਵੇ ਵਿਗੇ ਵੇਖਣੇ, ਉਹ ਵਿੱਚ ਹੀ ਆਉਂਦਾ ਸਾਰਾ ਕੁਝ। ਇਹ ਪੜ੍ਹ ਲਏਗਾ ਤੇ ਇਹਨੂੰ ਸਾਰੀ ਵਿਦਿਆ ਆ ਜਾਏਗੀ। ਜਗ ਮੈਂ ਇਹ ਬਕਿਆਤ। ਸੰਸਾਰ 'ਚ ਪ੍ਰਗਟ ਹੈ ਵੀ ਜੇ ਨਾ ਕੋਈ ਪੜ੍ਹਿਆ ਲਿਖਿਆ ਹੋਵੇ, ਉਹ ਸੰਸਾਰ ਦੇ ਵਿੱਚ ਭੋਲੇ ਸੁਭਾਅ ਲੋਕਾਂ ਕੋਲ ਠੱਗਿਆ ਜਾਂਦਾ ਹੈ। ਨੈ ਦਰਬ ਖਟਾਊ
ਭੋਰ ਸੁਭਾਉ। ਉਹ ਪੈਸਾ ਨਹੀਂ ਕਮਾ ਸਕਦਾ, ਭੋਲੇ ਸੁਭਾਅ ਵਿੱਚ ਰਹਿੰਦਾ, ਕੋਈ ਵੀ ਠੱਗੀ ਮਾਰ ਜਾਏ। ਸਮਝ ਨ ਕੋ ਬਿਦ ਸੋਏ। ਉਹਨੂੰ ਕੋਈ ਸਮਝਾਉਂਦੀ ਜੇ ਪੜ੍ਹੇ ਲਿਖੇ ਨਾ। ਇਉ ਹਿਰਦੇ ਵਿਚਾਰਾ ਕਲ ਪੁਨ ਸਾਰਾ। ਇਹ ਤਾਂ ਪਿਤਾ ਜੀ ਨੇ ਮਨ 'ਚ ਵਿਚਾਰ ਕੀਤੀ ਵੀ ਕੱਲ ਸਵੇਰੇ ਹੀ ਇਹ ਕੰਮ ਕਰਾਂਗੇ। ਲੈ ਜਾਵੋ ਸੁਤ ਕੋਏ। ਮੈਂ ਆਪਣੇ ਪੁੱਤਰ ਨੂੰ ਗੋਪਾਲ ਪਾਂਧੇ ਕੋਲ ਲੈ ਕੇ ਜਾਵਾਂਗਾ। ਜਬ ਭੀ ਪ੍ਰਭਾਤਾ ਲੈ ਕਰ ਤਾਤਾ। ਰਾਤ ਬੀਤੀ, ਅਗਲਾ ਦਿਨ ਚੜਿਆ। ਪਿਤਾ ਜੀ ਨੇ ਉੱਠ ਕੇ ਇਸ਼ਨਾਨ ਪਾਨ ਕੀਤਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਜੀ ਨੇ ਸੋਹਣੇ ਵਸਤਰ ਪਵਾਏ ਔਰ ਸਤਿਗੁਰੂ ਜੀ ਨੂੰ ਨਾਲ ਲੈ ਕੇ ਪਿਤਾ ਜੀ ਚੱਲ ਪਏ। ਚਲਨੇ ਪਇਓ ਤਿਆਰ। ਚੱਲਣ ਨੂੰ ਤਿਆਰ ਹੋ ਗਏ। ਅਛਤ ਪਰ ਥਾਰੀ ਬੌਰ ਸੁਪਾਰੀ। ਉਸਤਾਦ ਬਣਾਣਾ, ਪੁੱਤਰ ਵਾਸਤੇ ਉਸਤਾਦ ਚੁਣਨਾ। ਅੱਜ ਕੱਲ ਆਪਾਂ ਮਾਸਟਰ ਕਹਿ ਦਿੰਦੇ ਆ। ਤੋ ਪਿਤਾ ਜੀ ਨੇ ਪਹਿਲਾਂ ਜੋ ਮਰਿਆਦਾ ਸੀ, ਉਹ ਇੱਕ ਥਾਲ ਦੇ ਵਿੱਚ ਚਾਵਲ ਪਾਏ। ਥਾਲ ਭਰ ਲਈ ਚਾਵਲਾਂ ਦੀ, ਵੀ ਭੇਟਾ ਕਰਨੀ ਉਸਤਾਦ ਨੂੰ, ਜਾ ਕੇ ਸ਼ਾਗਿਰਦ ਬਣਾਉਣਾ ਹੈ ਆਪਣੇ ਪੁੱਤ ਨੂੰ। ਤੋ ਚਾਵਲਾਂ ਦੀ ਇੱਕ ਥਾਲ ਭਰ ਲਈ। ਅਛਤ ਭਰ ਥਾਰੀ ਬਹੁਰ ਸੁਪਾਰੀ। ਫਿਰ ਉਹਦੇ ਚ ਸੁਪਾਰੀਆਂ ਜਿਹੜੀਆਂ ਨੇ ਉਹ ਪਾ ਲੀਆਂ। ਇਦਾਂ ਦੀ ਮਰਿਆਦਾ ਸੀ ਉਸ ਵੇਲੇ ਦੀ। ਲੀਨੀ ਕਰ ਮੈਂ ਤਾਰ। ਉਹ ਥਾਲ ਜਿਵੇਂ ਬੇਦੀਆਂ 'ਚ ਚਲਦੀ ਆਉਂਦੀ ਸੀ ਮਰਿਆਦਾ, ਉਸ ਪਰੰਪਰਾ ਦੇ ਸਹਿਤ ਪਿਤਾ ਜੀ ਨੇ ਉਹ ਥਾਲ ਭਰ ਕੇ ਚਾਵਲਾਂ ਦੀ ਤੇ ਉਹਦੇ ਵਿੱਚ ਸੁਪਾਰੀਆਂ ਪਾ ਕੇ ਤੇ ਨਾਲ ਲੈ ਕੇ ਚੱਲ ਪਏ। ਪਟ ਨੀਮ ਪਹਿਰਾਏ ਸੁਪੱਗ ਸੁਹਾਏ। ਬੜੇ ਨਵੇਂ ਕੱਪੜੇ ਮਾਤਾ ਜੀ ਨੇ ਪਵਾਏ। ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਸੋਹਣੇ ਲੱਗਦੇ ਐ। ਚਲਿਓ ਤਾਤ ਸੰਗ ਤਾਤ। ਦੇਖੋ, ਤਾਤ ਨਾਲ ਤਾਤ ਜਾ ਰਿਹਾ ਹੈ। ਤਾਤ ਨਾਮ ਪਿਤਾ ਦਾ ਵੀ ਆ, ਤਾਤ ਨਾਮ ਪੁੱਤਰ ਦਾ ਵੀ ਹੈ। ਤਾਤ ਸੰਗ ਤਾਤ, ਤਾਤ ਨਾਲ ਤਾਤ ਜਾ ਰਿਹਾ, ਯਾਨੀ ਕਿ ਪੁੱਤਰ ਆਪਣੇ ਪਿਤਾ ਜੀ ਨਾਲ ਜਾ ਰਹੇ ਹਨ। ਗਤ ਚੰਚਲ ਚਾਰੀ ਗਜ ਸੁਤਵਾਰੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚੱਲਦੇ ਆ, ਬੜੀ ਜਿਵੇਂ ਬੱਚਿਆਂ ਦੀ ਚਾਲ ਨਹੀਂ ਹੁੰਦੀ, ਉਹ ਸੱਜੇ ਖੱਬੇ ਜੇ ਪੈਰ ਪੁੱਟਣੇ ਚੰਚਲਤਾਈ ਨਾਲ, ਸਿੱਧਾ ਨਹੀਂ ਟੁਰਦੇ ਨਾ ਬਾਲਕ, ਉਹ ਕਦੇ ਸੱਜੇ ਖੱਬੇ। ਤੇ ਪਿਤਾ ਜੀ ਜਾ ਰਹੇ ਨੇ, ਮਹਾਰਾਜ ਜੀ ਜਾ ਰਹੇ ਨੇ ਨਾਲ ਚੱਲਦੇ, ਤੇ ਬੜੀ ਸੋਹਣੀ ਮਸਤ ਹਾਥੀਆਂ ਵਰਗੀ ਚਾਲ ਹੈ। ਹੀਰਤ ਹਰਕਤ ਮਾਤ। ਮਾਤਾ ਜੀ ਜਾਂਦਿਆਂ ਨੂੰ ਵੇਖ ਕੇ ਬੜੇ ਖੁਸ਼ ਹੋ ਰਹੇ ਨੇ। ਸਵਈਆ ਜਲ ਜਾਤ ਸੇ ਹੈ ਪਦ ਜਾਤ ਚਲੇ। ਆਹਾ, ਜਲ ਜਾਤ ਸੇ ਹੈ ਪਦ ਜਾਤ ਚਲੇ। ਕਵਿਤਾ ਜਿਹੜੀ ਹੈ ਮਹਾਕਵੀ ਜੀ ਦੀ ਕੈਸੀ ਸੁੰਦਰ ਨਿਖੜਦੀ ਹੈ। ਕਹਿੰਦੇ ਜਿਹੜੇ ਜਲ ਜਾਤ, ਜਲ ਤੋਂ ਜਨਮੇ ਹੋਏ, ਉਹਨੂੰ ਕਹਿੰਦੇ ਨੇ ਕਮਲ। ਕਮਲ ਵਰਗੇ ਚਰਨ ਨੇ ਗੁਰੂ ਨਾਨਕ ਪਾਤਸ਼ਾਹ ਦੇ। ਕਮਲ ਵਰਗੇ ਸੋਹਣੇ ਚਰਨ ਕਮਲਾਂ ਨਾਲ ਜਾਤ ਚਲੇ। ਤੁਰੇ ਜਾ ਰਹੇ ਨੇ ਗਰੀਬ ਨਵਾਜ ਸਾਹਿਬ ਜੀ, ਚਲਦੇ ਜਾ ਰਹੇ ਹਨ। ਗੈ ਤਾਤ ਕਰਾਂ ਗੁਰ ਹਾਥੇ ਉਚਾਈ। ਏਦਾਂ ਬਾਹ ਉੱਚੀ ਕੀਤੀ ਹੋਈ ਆ ਤੇ ਪਿਤਾ ਦੀ ਉਂਗਲ ਫੜੀ ਹੋਈ ਆ ਮਹਾਰਾਜ ਜੀ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਜੀ ਦੀ ਉਂਗਲੀ ਫੜੀ ਹੋਈ ਹੈ ਤੇ ਉਂਗਲੀ ਫੜ ਕੇ ਨਾਲ ਨਾਲ ਤੁਰੇ ਜਾ ਰਹੇ ਨੇ। ਕਰ ਕੰਕਨ ਸੋ ਕਟ ਕਿੰਕਨ ਹੈ। ਹੱਥ ਦੇ ਵਿੱਚ ਕੜੇ ਪਾਏ ਹੋਏ ਨੇ, ਲੱਕ ਦੇ ਨਾਲ ਤੜਾਗੀ ਬੱਧੀ ਹੋਈ ਹੈ। ਕਲ ਕੁੰਡਲ ਲੋਲ ਕਪੋਲਨ ਚਾਈ। ਤੇ ਕੰਨਾਂ ਵਿੱਚ ਗੁਰੂ ਪਾਤਸ਼ਾਹ ਦੇ ਕੁੰਡਲ ਪਾਏ ਹੋਏ ਨੇ, ਬੜੇ ਸੁੰਦਰ। ਉਹਨਾਂ ਵਿੱਚ ਬੜੇ ਕੀਮਤੀ ਮੋਤੀ ਲੱਗੇ ਹੋਏ ਨੇ। ਦਲ ਲੋਚਨ ਕੰਚ ਬੇਸਾਲ ਭਲੇ। ਅੱਖਾਂ ਬੜੀਆਂ ਸੁੰਦਰ, ਕਮਲ ਦੇ ਫੁੱਲ ਵਰਗੀਆਂ। ਉੱਤੇ ਜਿਹੜੀਆਂ ਪਲਕਾਂ ਨੇ ਉਹ ਕਮਲ ਦੀਆਂ ਪੰਖੜੀਆਂ ਸਮਾਨ ਹਨ। ਸਿਰ ਪੈ ਉਸ਼ ਨੀਕੇ ਨੀਕ ਬਨਾਈ। ਔਰ ਮਹਾਰਾਜ ਜੀ ਦੇ ਸੀਸ ਉਤੇ ਨਿੱਕੀ ਜੀ ਦਸਤਾਰ ਬੱਧੀ ਹੋਈ ਹੈ ਪਿਤਾ ਜੀ ਨੇ। ਇਹ ਮਰਿਆਦਾ ਰਹੀ ਹੈ ਪੰਜਾਬ ਦੀ ਧਰਤੀ ਦੀ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਬਾਅਦ ਵਿੱਚ ਫਿਰ ਕਿਰਪਾ ਹੀ ਕਰ ਦਿੱਤੀ, ਕਲਗੀਧਰ ਪਾਤਸ਼ਾਹ ਨੇ ਹੋਰ ਤਰਸ ਕਰ ਦਿੱਤਾ। ਹੁਣ ਤਾਂ ਦਸਤਾਰਾਂ ਜਿਹੜੀਆਂ ਨੇ ਗਵਾਚਦੀਆਂ ਜਾ ਰਹੀਆਂ ਹਨ ਸਿੱਖਾਂ ਦੇ ਸਿਰਾਂ ਤੋਂ। ਗਰੀਬ ਨਵਾਜ ਪਾਤਸ਼ਾਹ ਜੀ ਜਾ ਰਹੇ ਨੇ, ਪਿਤਾ ਜੀ ਨੇ ਇਹ ਦਸਤਾਰ ਜਿਹੜੀ ਸੀ ਨਾ ਗੁਰੂ ਖਾਲਸਾ ਜੀ, ਇਹ ਸਰਦਾਰੀ ਦਾ ਔਰ ਮੁਖੀ ਹੋਣ ਦਾ ਇੱਕ ਵੱਡਾ ਰੁਤਬਾ ਸੀ। ਟੋਪੀਆਂ ਜਿਹੜੀਆਂ ਸਨ ਇਹ ਗੁਲਾਮੀ ਦੀ ਨਿਸ਼ਾਨੀ ਸੀ। ਗੁਲਾਮਾਂ ਨੂੰ ਟੋਪੀਆਂ ਪਵਾਉਂਦੇ ਸਨ। ਅੱਜ ਕੱਲ ਟੋਪੀਆਂ ਨੂੰ ਲੋਕ ਆਪਣਾ ਫੈਸ਼ਨ ਸਮਝਦੇ ਆ, ਦਸਤਾਰਾਂ ਨੂੰ ਭਾਰ ਸਮਝਦੇ ਆ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਉੱਤੇ ਬੜੀ ਸੁੰਦਰ ਛੋਟੀ ਜੀ ਦਸਤਾਰ ਹੈ, ਉਹ ਬੱਧੀ ਹੋਈ ਹੈ।
ਚਟ ਸਾਰੇ ਜਹਾਂ ਅਤ ਚਾਰੂ ਬਨੀ। ਤੇ ਕਹਿੰਦੇ ਅੱਗੇ ਬੜੀ ਸੋਹਣੀ ਚਟਸਾਲ ਪਾਠਸ਼ਾਲਾ ਬਣੀ ਹੋਈ ਜਿੱਥੇ ਗੋਪਾਲ ਪਾਂਧਾ ਜੀ ਬੱਚਿਆਂ ਨੂੰ ਪੜਾਉਂਦੇ ਨੇ। ਬੋ ਬਾਰਿਕ ਬਾਰੇ ਬਾਰੇ ਅਲਾਈ। ਉੱਥੇ ਬੱਚੇ ਉੱਚੀ ਉੱਚੀ ਪੜ ਰਹੇ ਨੇ, ਗੋਪਾਲ ਪਾਂਧਾ ਪੜਾਉਂਦਾ ਤੇ ਉਹ ਪੜ ਰਹੇ ਨੇ, ਗਣਿਤ ਪੜ ਰਹੇ ਨੇ, ਪਹਾੜੇ 1 ਦੂਣੀ 2 ਦੂਣੀ 4 ਉਹ ਨਾਲ ਨਾਲ ਪਿੱਛੇ ਪਿੱਛੇ ਉੱਚੀ ਉੱਚੀ ਆਵਾਜ਼ ਦੇ ਵਿੱਚ ਪੜਦੇ ਹਨ। ਦੋਹਰਾ ਬੈਸੇ ਪਾਂਦੇ ਪਾਸ ਤਬ ਸ਼੍ਰੀ ਨਾਨਕ ਸੁਖ ਕੰਦ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਪਿਤਾ ਜੀ ਨੇ ਗੋਪਾਲ ਪਾਂਧਾ ਜੀ ਦੇ ਕੋਲ ਜਾ ਕੇ ਬਿਠਾ ਦਿੱਤਾ। ਬਾਰਿਕ ਰਵ ਸਾਹਿਰ ਕਰ ਜਨ ਅਰ ਬੇਂਦੇ ਆਨੰਦ। ਬੱਚੇ ਤਾਂ ਹੋਰ ਵੀ ਬੜੇ ਗੋਪਾਲ ਪਾਂਧੇ ਨੇ ਪੜਾਏ ਨੇ, ਪੜਾ ਰਹੇ ਨੇ, ਪਰ ਸਤਿਗੁਰਾਂ ਨੂੰ ਵੇਖ ਕੇ ਵੀ ਇਹ ਤਾਂ ਸੂਰਜ ਸਮਾਨ ਪ੍ਰਕਾਸ਼ ਵਾਲਾ ਬਾਲਕ ਹੈ। ਜਿਵੇਂ ਕਮਲ ਖਿੜਦਾ ਏਦਾਂ ਗੋਪਾਲ ਪਾਂਧਾ ਜੀ ਦਾ ਚਿਹਰਾ ਖਿੜ ਗਿਆ। ਕਬਿਤ ਕਾਲੂ ਕਹੇ ਪਾਦਾ ਸੁਨ ਨਾਨਕ ਹਮਾਰੋ ਸੁਨ। ਪਿਤਾ ਮਹਿਤਾ ਕਾਲੂ ਜੀ ਕਹਿੰਦੇ ਪਾਂਧਾ ਜੀ ਸੁਣੋ, ਇਹ ਮੇਰਾ ਪੁੱਤਰ ਹੈ, ਇਹਦਾ ਨਾਮ ਹੈ ਨਾਨਕ। ਜਾਂ ਕੋ ਤੂੰ ਪੜਾਏ ਗੁਣ ਦੀਜੇ ਨਿਚ ਹੇਤ ਸੋ। ਤੇ ਰੀਝ ਦੇ ਨਾਲ ਇਹਨੂੰ ਪੜਾ ਦੇ, ਇਹਨੂੰ ਰੀਝ ਦੇ ਨਾਲ ਸ਼ੌਂਕ ਦੇ ਨਾਲ ਪੜਾ ਦੇ। ਦਿਓ ਮੈਂ ਉਪਾਇਨ ਗੁਨਾਇਨ ਸੋ ਹੋਏ ਜਬ। ਜਦੋਂ ਮੇਰਾ ਪੁੱਤ ਗੁਣੀ ਹੋ ਜਾਏਗਾ ਨਾ, ਪੜ ਲਿਖ ਜਾਏਗਾ, ਤੇ ਤੈਨੂੰ ਮੈਂ ਉਪਾਇਨ ਪਿਟਾਵਾਂ ਦੇਵਾਂਗਾ। ਏਕ ਦੇਉ ਹਾਇਨ ਮੈਂ ਕੀਜੀਏ ਸੁਚੇਤ ਸੋ। ਪਰ 1-2 ਸਾਲਾਂ ਦੇ ਵਿੱਚ ਇਹਨੂੰ ਸੁਚੇਤ ਕਰਾ ਦੇ, ਗਣਿਤ ਰਟਾ ਦੇ, ਪੂਰੇ ਪਹਾੜੇ ਇਹਨੂੰ ਯਾਦ ਹੋ ਜਾਣ, ਗਣਿਤ ਆ ਜਾਵੇ। ਐਸੇ ਮੁਖ ਪਾਕੇ ਅਬਿਲਾਖ ਹੈ ਪੜਵਾਵੇ ਕੀ। ਇਸ ਤਰ੍ਹਾਂ ਕਹਿ ਕੇ ਮੈਨੂੰ ਅਬਲਾਖਾ ਹੈ ਕਿ ਮੇਰਾ ਪੁੱਤ ਪੜ ਜਾਵੇ। ਸੋ ਕਰ ਆਤਮ ਜੇ ਗਵਨਿਓ ਨਿਕੇਤ ਸੋ। ਕਹਿੰਦੇ ਸੌਂਪ ਕੇ ਲਓ ਪਾਂਧਾ ਜੀ, ਮੈਂ ਆਪਣਾ ਪੁੱਤ ਤੁਹਾਨੂੰ ਸੌਂਪ ਚੱਲਿਆ, ਇਹ ਤੁਹਾਡਾ ਹੀ ਪੁੱਤ ਹੈ, ਤੇ ਇਹਨੂੰ 2 ਸਾਲਾਂ ਦੇ ਵਿੱਚ ਗਣਿਤ ਪੜਾ ਦਿਓ ਸਾਰਾ। ਜੋ ਮੂੰਹੋਂ ਕਹੋਗੇ ਉਹੀ ਕੁਝ ਹਾਜ਼ਰ ਕਰਾਂਗਾ ਪਾਂਧਾ ਜੀ ਤੁਹਾਡੇ ਚਰਨਾਂ 'ਚ, ਹੋਰ ਵੀ ਭਟਾਵਾਂ ਅਰਪਣ ਕਰਾਂਗਾ। ਪਾਂਦੇ ਐਹਲਾਦ ਕੈ ਮਹੂਰਤ ਕੋ ਸਾਧ ਕੈ। ਇਹ ਤਾਂ ਸਤਿਗੁਰਾਂ ਨੂੰ ਛੱਡ ਕੇ ਉੱਥੇ ਤੇ ਪਿਤਾ ਜੀ ਵਾਪਸ ਚਲੇ ਗਏ। ਗੋਪਾਲ ਪਾਂਧਾ ਬੜਾ ਖੁਸ਼ ਹੋਇਆ। ਸਰਸਵਤੀ ਆਰਾਧ ਜੋ ਸਭੇ ਮਤ ਦੇਤ ਸੋ। ਉਹ ਗੋਪਾਲ ਪਾਂਧਾ ਸੀ, ਜੋ ਉਹਦੀ ਮਰਿਆਦਾ ਸੀ ਉਸ ਤਰੀਕੇ ਨਾਲ ਉਹਨੇ, ਕਿਉਂਕਿ ਸਿੱਖੀ ਦਾ ਹਾਲੇ ਪ੍ਰਚਲਿਤ ਨਹੀਂ ਹੋਈ ਸੀ, ਉਹਨੂੰ ਤੇ ਮਹਾਰਾਜ ਜੀ ਨੇ ਉਪਦੇਸ਼ ਦੇਣਾ। ਹਾਲੇ ਗੋਪਾਲ ਪਾਂਧੇ ਨੇ ਪਹਿਲਾਂ ਮਹੂਰਤ ਸਾਧਿਆ ਵੀ ਕਿਹੜੇ ਟਾਈਮ 'ਚ ਇਹਨੂੰ ਪੜਾਉਣਾ ਹੈ, ਉਹ ਮਹੂਰਤ ਸਾਧਿਆ। ਫਿਰ ਜਿਹੜੀ ਬਾਣੀ ਦੀ ਦੇਵੀ ਸਰਸਵਤੀ ਹੈ, ਵਿਦਿਆ ਦੀ ਦੇਵੀ, ਉਹਦੀ ਆਰਾਧਨਾ ਕੀਤੀ। ਉਹਦੀ ਆਰਾਧਨਾ ਕਰਨ ਤੋਂ ਬਾਅਦ ਫਿਰ ਮਹਾਰਾਜ ਜੀ ਨੂੰ ਪੜਾਉਣਾ ਸ਼ੁਰੂ ਕਰਨ ਲੱਗਾ। ਸੰਖਿਆ ਕੋ ਜੋ ਆਦ ਸੋ ਸੁਖਾਵਨ ਕੀ ਸੀਖ ਦੇਤੇ। ਕਹਿੰਦੇ ਸਤਿਗੁਰੂ ਜੀ ਜਿਹੜੇ ਸੰਖਿਆ ਕੋ ਜੋ ਆਦ ਸੋ ਸਿਖਾਵਨ ਕੀ ਸੀਖ ਦੇਤ, ਕਹਿੰਦੇ ਜਿਹੜੇ ਸਾਰੀ ਗਿਣਤੀ ਦੇ ਆਦ, ਸਾਰੀ ਗਿਣਤੀ ਦਾ ਆਦ ਕਿਹੜਾ ਹੈ? 1। ਕਹਿੰਦੇ ਜੋ ਸਾਰੀ ਗਿਣਤੀ ਦਾ ਆਦ 1 ਨੇ, ਮੁਖ ਯਾਨੀ ਕਿ ਜਿਨ੍ਹਾਂ ਤੋਂ ਬਾਅਦ ਸਭ ਕੁਝ ਚੱਲਦਾ ਹੈ, ਉਹਨਾਂ ਨੂੰ ਗਿਣਤੀ ਸਿਖਾਉਣ ਲੱਗਾ ਗੋਪਾਲ ਪਾਂਧਾ। ਕੈਸਾ ਹੈਰਾਨੀ ਵਾਲਾ ਆਸ਼ਚਰਜਮਈ ਚੋਜ ਹੈ। ਕਹਿੰਦੇ ਜੋ ਸਾਰਿਆਂ ਤੋਂ ਪਹਿਲਾਂ ਨੇ, ਸਾਰੀ ਗਿਣਤੀ ਤੋਂ ਪਹਿਲਾਂ, ਜਦੋਂ ਗਿਣਾਂਗੇ ਆਪਾਂ ਸਭ ਤੋਂ ਪਹਿਲਾਂ ਸਤਿਗੁਰੂ ਜੀ ਗਿਣੇ, ਅਕਾਲ ਪੁਰਖ ਜੀ ਗਿਣੇ ਜਾਣਗੇ। ਕਹਿੰਦੇ ਉਹਨਾਂ ਨੂੰ ਗਿਣਤੀ ਸਿਖਾਉਣ ਲੱਗਾ। ਸੰਖਿਆ ਤੇ ਅਸੰਖਤਾ ਕੋ ਸੰਖਿਆ ਕੋ ਸਿਖਾਵਈ। ਕਹਿੰਦੇ ਜੋ ਗਿਣਤੀ ਚ ਆਉਂਦੇ ਹੀ ਨਹੀਂ, ਉਹਨਾਂ ਨੂੰ ਗਿਣਤੀ ਸਿਖਾਉਣ ਲੱਗਾ ਗੋਪਾਲ ਪਾਂਧਾ। ਕੈਸਾ ਆਸ਼ਚਰਜ ਹੈ। ਜੋ ਗਿਣਤੀ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਗਿਣਤੀ ਸਿਖਾਉਣ ਲੱਗਾ। ਜਨਕ ਬਿਸਾਏ ਗਿਓ ਤਾਂ ਤੇ ਤਹਿ ਮਾਨ ਕਿਓ। ਪਿਤਾ ਜੀ ਬਿਠਾ ਗਏ ਨੇ, ਇਸ ਕਰਕੇ ਸਤਿਗੁਰੂ ਜੀ ਬਹਿ ਗਏ ਨੇ। ਜੋ ਪਾਂਧਾ ਜੀ ਪੜਾਉਂਦੇ ਮਹਾਰਾਜ ਪੜ੍ਹੀ ਜਾਂਦੇ ਅੱਜ, ਕਿਉਂਕਿ ਪਿਤਾ ਜੀ ਦਾ ਵੀ ਮਾਣ ਰੱਖਣਾ, ਵੀ ਪੜਾਣ ਬਿਠਾ ਗਏ ਇੱਕ ਦਿਨ ਤਾਂ ਚਲੋ ਉਹਨਾਂ ਦਾ ਵੀ ਮਾਣ ਰੱਖ ਕੇ ਪੜ੍ਹ ਲਈਏ ਨਾ, ਪਿਤਾ ਜੀ ਦਾ ਵੀ ਹੁਕਮ ਪੂਰਾ ਹੋ ਜਾਏਗਾ।
ਤੋ ਸਤਿਗੁਰੂ ਜੀ ਬੈਠ ਕੇ ਅੱਜ ਪੜ੍ਹੀ ਜਾਂਦੇ ਹਨ। ਪੜਿਆਨ ਬਾਕ ਜੈਸੇ ਪਾਂਦਾ ਸੋ ਪੜਾਵਈ। ਕਹਿੰਦੇ ਜਿਵੇਂ ਪਾਂਧਾ ਪੜਾਉਂਦਾ ਇਨ ਬਿਨ ਉਸੇ ਤਰ੍ਹਾਂ ਮਹਾਰਾਜ ਜੀ ਪੜ੍ਹੀ ਜਾਂਦੇ ਹਨ। ਜਾਨ ਮਤੀਵਾਨ ਅਪਰਮਾਨ ਹਰ ਖਾਨ ਮਨ। ਤੇ ਬੜਾ ਹੈਰਾਨ ਹੁੰਦਾ ਗੋਪਾਲ ਪਾਂਧਾ। ਉਹ ਕਹਿੰਦਾ ਵੀ ਪਹਿਲੀ ਦਿਨ ਤਾਂ ਬੱਚਿਆਂ ਨੂੰ ਜੋ ਪੜ੍ਹਾਈ ਦਾ ਉਹਨਾਂ ਨੂੰ ਕੋਈ ਉਚਾਰਨ ਹੀ ਨਹੀਂ ਸ਼ੁੱਧ ਹੁੰਦਾ। ਇਹਨੂੰ ਜੋ ਪੜਾਉਣਾ ਉਹ ਪੜ੍ਹ ਕੇ ਫਿਰ ਅੱਗੇ ਹੋਰ ਪੜ੍ਹਨ ਲੱਗ ਪੈਂਦਾ। ਉਹ ਬੜਾ ਹੈਰਾਨ ਹੋਇਆ ਤੇ ਖੁਸ਼ ਵੀ ਹੋਇਆ। ਕੀਨੋ ਅਨੁਮਾਨ ਇਹ ਦੇਰ ਨਾ ਲਗਾਵਈ। ਇਹਨੇ ਅਨੁਮਾਨ ਲਾਇਆ, ਇਹ ਨਹੀਂ ਦੇਰ ਲਾਉਂਦਾ। 2 ਸਾਲ ਤਾਂ ਬੜੇ ਨੇ ਨਾ, ਤੂੰ ਇਹਨੇ ਤਾਂ 6 ਮਹੀਨਿਆਂ 'ਚ ਪੜ ਜਾਣੀ ਸਾਰੀ ਗਿਣਤੀ ਜੋ ਮੈਨੂੰ ਆਉਂਦੀ ਐ। ਪੜੇ ਤਤ ਕਾਲ ਧਨ ਪਾਇਓ ਬਿਸਾਲ। ਛੇਤੀ ਪੜ ਜਾਏਗਾ, ਜਿੰਨਾ ਛੇਤੀ ਪੜੇਗਾ ਉਨੀ ਛੇਤੀ ਮਾਇਆ ਮਿਲੇਗੀ। ਮੈਨੂੰ ਪਟਵਾਰੀ ਕੋਲੋਂ ਮੂੰਹ ਮੰਗੀ ਮਾਇਆ ਲਵਾਂਗਾ। ਬਾਲ ਪੱਲੋ ਮਤ ਸਾਲ ਤੁਲ ਜਾਂ ਕੀ ਕੋ ਨਾ ਪਾਵਈ। ਇਹੋ ਜਿਹਾ ਸਿਆਣਾ ਬੱਚਾ ਮੈਂ ਅੱਜ ਤਾਈਂ ਵੇਖਿਆ ਹੀ ਨਹੀਂ ਵੀ ਜਿਹੜਾ ਛੇਤੀ ਛੇਤੀ ਪੜੀ ਜਾਵੇ। ਇੱਕ ਦਿਨ ਸਾਰੋ ਪੜਿਓ ਦੇ ਜੋ ਉਚਾਰੇ ਬੈਨ। ਇੱਕ ਦਿਨ ਤਾਂ ਸ਼ਾਮ ਤਾਈਂ ਮਹਾਰਾਜ ਜੀ ਸਭ ਪੜ੍ਹਦੇ ਚ ਜਿਵੇਂ ਜਿਵੇਂ ਪਾਂਧਾ ਪੜਾਉਂਦਾ ਮਹਾਰਾਜ ਪੜ੍ਹੀ ਜਾਂਦੇ। ਸਾਰਾ ਦਿਨ ਪੜ੍ਹੇ ਸ਼ਾਮ ਤਾਈਂ। ਸੰਜ ਪਾਈ ਐਨ ਆਏ ਅਜਰ ਸੁਹਾਇਓ ਐ। ਸ਼ਾਮ ਜੇ ਦਾ ਵੇਲਾ ਹੋਇਆ, ਇਸ ਵੇਲੇ ਮਹਾਰਾਜ ਜੀ ਘਰ ਵਾਪਸ ਆਏ। ਹੀਰ ਹਰ ਖਾਏ ਮਾਏ ਅੰਕ ਮੈਂ ਬਸਾਏ ਲੈ। ਮਾਂ ਨੇ ਵੇਖਿਆ ਮੇਰਾ ਪੁੱਤ ਅੱਜ ਸਕੂਲੋਂ ਆਇਆ, ਪਾਠਸ਼ਾਲਾ ਚੋਂ ਆਇਆ। ਮਾਂ ਨੇ ਭੱਜ ਕੇ ਗਲਵੱਕੜੀ ਚ ਲਿਆ, ਮੱਥਾ ਚੁੰਮਿਆ। ਬੂਝੋ ਪੜਿਓ ਕੈਸੇ ਪੈੜਾ ਆਨਨ ਅਲਾਇਓ ਐ। ਤੇ ਹਾਂ ਪੁੱਤਰ ਅੱਜ ਕਿਹੜਾ ਪਹਾੜਾ ਸਿੱਖ ਕੇ ਆਇਆ? ਇਦਾਂ ਹੀ ਪੁੱਛਦੇ ਹੁੰਦੇ ਪਿੰਡਾਂ ਨਗਰਾਂ ਵਿੱਚ। ਪਹਿਲੋਂ ਜਦੋਂ ਸਕੂਲਾਂ ਵਿੱਚ ਪਹਾੜੇ ਹੀ ਪੁੱਛੇ ਜਾਂਦੇ ਸੀ। ਅਸੀਂ ਨਿੱਕੇ ਨਿੱਕੇ ਹੁੰਦੇ ਸਕੂਲਾਂ 'ਚ ਪੜ੍ਹਨਾ, ਬਜ਼ੁਰਗਾਂ ਨੇ ਸਾਨੂੰ ਰਾਹ 'ਚ ਘੇਰੇ, ਉਹ ਕਿਹੜਾ ਪਹਾੜਾ ਪੜ੍ਹ ਕੇ ਆਇਆ? ਡਿਓਡੇ ਦਾ ਪਹਾੜਾ ਆਉਂਦਾ। ਉਦੋਂ ਡਿਓਡੇ ਦੇ ਪਹਾੜੇ ਪਹਿਲੇ ਬਜ਼ੁਰਗ ਪੜ੍ਹਦੇ ਸੀ। ਸਾਡੇ ਵੇਲੇ ਤਾਂ ਸਿੱਧੇ ਸਿੱਧੇ ਹਾਂ ਸਵਾਏ ਦਾ, ਢੋਕੇ ਦਾ, ਢੁੰਚ, ਇਹ ਪਹਾੜੇ ਪੜ੍ਹੇ ਆ ਤੁਸੀਂ? ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇਹ ਕੀ ਚੀਜ਼ ਹੈ। ਤੋ ਏਦਾਂ ਇਹ ਪੁਰਾਣੀ ਵਿੱਦਿਆ ਦੇ ਸ਼ਬਦ ਜਿਵੇਂ ਜਿਵੇਂ ਅੱਗੇ ਬਦਲਦੇ ਤਬਦੀਲ ਹੁੰਦੇ ਚਲੇ ਗਏ। ਮਹਾਰਾਜ ਜੀ ਨੂੰ ਮਾਤਾ ਜੀ ਪੁੱਛਦੇ। ਮਾਤਾ ਜੀ ਕਹਿੰਦੇ ਨਾਨਕ ਅੱਜ ਕਿਹੜਾ ਪਹਾੜਾ ਪੜ੍ਹ ਕੇ ਆਇਆ ਮੈਨੂੰ ਵੀ ਸੁਣਾ। ਸਤਿਗੁਰਾਂ ਨੇ ਝੱਟ ਪਹਾੜਾ 1-2 ਜਿਹੜੇ ਪੜ੍ਹੇ ਉਹ ਨਾਲੋਂ ਨਾਲ ਸੁਣਾ ਦਿੱਤੇ। ਮਾਤਾ ਜੀ ਬੜੇ ਖੁਸ਼ ਹੋਏ। ਖਾਏ ਅਨ ਰੈਨ ਪੁੰਨ ਕੀਨੀ ਸੁਖ ਸੈਨ ਤਬ। ਤੇ ਕਹਿੰਦੇ ਰਾਤ ਹੋਈ ਤੇ ਸੁਖ ਦੇ ਨਾਲ ਮਹਾਰਾਜ ਜੀ ਬਿਰਾਜ ਗਏ। ਜਾਂ ਕੋ ਕਬ ਪਹਿਨਾ ਹੇਰੋ ਚੈਨ ਮਨ ਪਾਇਓ ਐ। ਕਹਿੰਦੇ ਜਿਨ੍ਹਾਂ ਨੂੰ ਕਦੇ ਭੈ ਨਹੀਂ ਕਿਸੇ ਦਾ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਚੈਨ ਪ੍ਰਾਪਤ ਹੁੰਦਾ ਹੈ, ਐਸੇ ਸਾਹਿਬ ਜੀ ਬਿਰਾਜ ਗਏ। ਭਾਈ ਜਬ ਪੋਰ ਕਾਲੂ ਲੈ ਕੇ ਪਾਂਦੇ ਔਰ ਗਇਓ। ਅਗਲਾ ਦਿਨ ਚੜਿਆ ਤੇ ਪਿਤਾ ਜੀ ਫਿਰ ਸਵੇਰੇ ਮਹਾਰਾਜ ਜੀ ਨੂੰ, ਚੱਲ ਨਾਨਕ ਤੈਨੂੰ ਛੱਡ ਆਵਾਂ ਪਾਠਸ਼ਾਲਾ ਪਾਂਧੇ ਕੋਲੇ। ਤੇ ਪਾਂਧੇ ਕੋਲ ਛੱਡ ਕੇ ਆਏ। ਸੋਨੀ ਨੁੱਤ ਗੋਰ ਤਤ ਰਿਦੇ ਹਰ ਖਾਇਓ ਐ। ਔਰ ਅੱਗੇ ਜਦੋਂ ਪਾਂਧੇ ਕੋਲ ਗਏ ਤੇ ਪਾਂਧੇ ਨੇ ਉਪਮਾ ਕੀਤੀ। ਪਿਤਾ ਜੀ ਬੜੇ ਖੁਸ਼ ਹੋਏ। ਕਹਿੰਦੇ ਪੰਡਤ ਹਰਦਿਆਲ ਦੇ ਬੋਲ ਸੱਚ ਹੋ ਰਹੇ ਨੇ। ਮਨ 'ਚ ਬੜੀ ਖੁਸ਼ੀ ਆਈ ਵੀ ਪਾਂਧਾ ਕਹਿੰਦਾ ਵੀ ਇੱਕ ਦਿਨ 'ਚ ਕੱਲ ਇਹਨੇ ਇੰਨਾ ਪੜ੍ਹਾਈ ਵਧੀਆ ਕੀਤੀ। ਜੋ ਮੈਂ ਪੜਾਉਂਦਾ ਸੀ ਮੇਰੇ ਬਿਨਾਂ ਪੜਾਇਆ ਪਹਿਲਾਂ ਹੀ ਪੜ੍ਹੀ ਜਾਂਦਾ ਸੀ। ਉਹ ਬੜਾ ਹੈਰਾਨ। ਤੇ ਨਾਲੇ ਪਾਂਧੇ ਨੇ ਉਪਮਾ ਕੀਤੀ ਤੇ ਪਿਤਾ ਜੀ ਖੁਸ਼ ਹੋਏ। ਪੁੱਤਰ ਦੀ ਉਪਮਾ ਹੋਵੇ ਪਿਤਾ ਨੂੰ ਖੁਸ਼ੀ ਹੁੰਦੀ ਹੈ। ਸਾਹਿਬ ਜੀ ਦਾ ਪਾਵਨ ਜਸ ਜਿਵੇਂ ਪਾਂਧੇ ਨੂੰ ਗੁਰਦੇਵ ਨੇ ਉਪਦੇਸ਼ ਦਿੱਤਾ। ਆਪਣੀ ਰਸਨਾ ਤੋਂ ਸਭ ਤੋਂ ਪਹਿਲਾ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਦਰਜ ਹੈ, ਉਹ ਸ਼ਬਦ ਦੀ ਵਿਆਖਿਆ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਏ ਅਚੁੱਤ
ਸੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਮੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਨਾ ਕੋਈ ਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਜੋ ਮਹੀਨੇ ਦੇ ਅਖੀਰਲੇ ਐਤਵਾਰ 12 ਤੋਂ 4 ਵਜੇ ਤੱਕ ਜਪ ਤਪ ਸਮਾਗਮ ਹੁੰਦੇ ਹਨ। ਕੱਲ 31 ਤਰੀਕ ਨੂੰ ਦੀਵਾਨ ਹਾਲ ਵਿਖੇ 12 ਤੋਂ 4 ਵਜੇ ਤੱਕ ਜਪਜੀ ਸਾਹਿਬ ਦੇ, ਚੌਪਈ ਸਾਹਿਬ, ਸੁਖਮਣੀ ਸਾਹਿਬ ਦੇ ਸੰਗਤੀ ਰੂਪ ਚ ਪਾਠਾਂ ਦੀ ਹਾਜ਼ਰੀ ਹੁੰਦੀ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਜੀ। ਡੰਡੋਤ ਬੰਧਨ ਅਨਕੁਬਾਰ ਸਰਬ ਕਲਾ ਸਮਰਥ ਡੋਲੰਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇਚ ਪੁੰਨੀ ਮਨ ਆਸ ਗਏ ਬੇਸੂਰਿਆ ਪਾਇਆ ਨਾਮ ਨਿਦਾਨ ਜਿਸਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੁਖ ਸਹਿਜ ਆਨੰਦ ਉਠੇ ਤਿਤ ਘਰ